ਜਦੋਂ तक साडे च राजसी चेतना नहीं ना, असीं आपदी लड़ाई नहीं समझ सकते। इत्थे छोटियां जिहियां इन्ने क टाइम च आपां एड्डियां इंपॉर्टेंट इन्नियां महत्वपूर्ण गल्लां करिए ते उन्हां नूं समझ जाइए, ये भी पॉसिबल नहीं। पर आपां जिन्ना क समा ਉਹਦਾ ਲਾਹਾ ਲੈ ਸਕਦੇ ਆ, ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ ਮੋਟਾ ਸਮਝ ਸਕਦੇ ਆ। ਜਦੋਂ ਅਸੀਂ ਸਟੇਟ ਕਰਾਫਟ ਨੂੰ ਤੇ ਡੀਪ ਸਟੇਟ ਨੂੰ ਸਮਝ ਲਿਆ, ਉਦੋਂ ਸਾਨੂੰ ਇਹ ਪਤਾ ਲੱਗ ਜੂ ਵੀ ਕੌਮੀ ਯੋਧਾ ਕੌਣ ਆ, ਗਦਾਰ ਕੌਣ ਆ ਤੇ ਸਰਦਾਰ ਕੌਣ ਆ। ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਦੇ ਘਰ ਨਹੀਂ ਕਰਨਾ ਵੀ ਫਲਾਨਾ ਗਦਾਰ ਆ ਫਲਾਨਾ ਸਰਦਾਰ ਆ। ਜਦੋਂ ਤੱਕ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ, ਸਾਨੂੰ ਸਮਝ ਹੀ ਨਹੀਂ ਵੀ ਸਟੇਟ ਕਰਾਫਟ ਕੀ ਹੁੰਦਾ। ਸਰਕਾਰ ਨੂੰ ਦੇਖਦੇ ਆ ਅਸੀਂ, ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਬੀਜੇਪੀ ਦੀ, ਉਹਦੇ ਪਿੱਛੇ ਵੀ ਕੁਝ ਪਿਆ। ਉਹਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਨੇ ਆ, ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ, ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ, ਇਹ ਸਾਰਾ ਪ੍ਰੋਸੈਸ ਕੌਣ ਚਲਾਉਂਦਾ ਹੈ? ਡੀਪ ਸਟੇਟ ਚਲਾਉਂਦੀ ਹੈ। ਜਿਹੜੇ ਪਿੱਛੇ ਇਹਦੇ ਬੈਠੇ ਲੋਕ ਆ, ਜਿਨ੍ਹਾਂ ਨੇ ਪਾਲਿਸੀਆਂ ਘੜਨੀਆਂ, ਜਿਨ੍ਹਾਂ ਨੇ ਆ ਚਿਹਰਿਆਂ ਨੂੰ, ਜਿਹੜੇ ਰਾਜਸੀ ਚਿਹਰੇ ਆ ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨਾ। ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ, ਡੀਪ ਸਟੇਟ ਉਹਦੇ ਤੋਂ ਆਪਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ, ਇਸ ਦੇਸ਼ ਨੂੰ ਚਲਾਉਣਾ ਕਿਵੇਂ ਆ। ਸੋ ਅਸੀਂ ਜਿਹੜੇ ਖਿੱਤੇ 'ਚ ਵੱਸਦੇ ਆ, ਅਸੀਂ ਇਸ ਦੇਸ਼ 'ਚ ਮਾਈਨੋਰਿਟੀ ਆ, 2%। ਹਾਲਾਂਕਿ ਗਿਣਤੀਆਂ ਮਿਣਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ। ਗਿਣਤੀਆਂ ਮਿਣਤੀਆਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ, ਉਹ ਵਾਕਈ ਨਹੀਂ ਰੱਖਦੀਆਂ। ਤਾਂ ਹੀ ਉਹ ਸਵਾ ਲੱਖ ਨਾਲ ਇੱਕ ਲੜਾਉਣ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ, ਉਹ ਇਸੇ ਕਰਕੇ ਆ। ਤੇ ਰੱਖਣੀਆਂ ਵੀ ਨਹੀਂ ਚਾਹੀਦੀਆਂ। ਇੱਥੇ ਮੈਂ ਉਹ ਗੱਲਾਂ ਨਹੀਂ ਕਰਨਾ ਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ, ਉਹ ਤਾਂ ਮਕਸਦ ਹੀ ਨਹੀਂ ਨਾ। ਜੇ ਨਾ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ, ਬਾਈ ਜੀ ਨੇ ਕਿਹਾ ਆਪਾਂ ਤੁਰਾਂਗੇ, ਪਲੇਟਫਾਰਮ ਵੀ ਬਣਾਵਾਂਗੇ। ਔਰ ਮੈਂ ਤੁਹਾਨੂੰ ਸਹੀ ਦੱਸਾਂ, ਪੰਜਾਬ ਦਾ ਜਿਹੜਾ ਹੱਲ ਪਿਆ, ਉਹ ਪਿਆ 3-4 ਲਹਿਰਾਂ ਇਕੱਠੀਆਂ ਚੱਲਣ। ਇੱਥੇ ਰਾਜਸੀ ਲਹਿਰ ਚੱਲੇ, ਸਮਾਜਿਕ ਲਹਿਰ ਚੱਲੇ, ਇੱਥੇ ਪੰਥਕ ਧਾਰਮਿਕ ਲਹਿਰ ਚੱਲੇ, ਤੇ ਡਾਂਗ ਸੋਟੇ ਵਾਲਾ ਵੀ ਚੱਲਣ ਬੰਦੇ ਨਾਲ। ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਜਦੋਂ ਤੱਕ ਇਹ 4-5 ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ 'ਚ ਕੋਆਰਡੀਨੇਸ਼ਨ ਨਹੀਂ ਬਣਦਾ, ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ, ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ, ਤੇ ਉਸ ਗੱਲ ਨੂੰ ਦੂਜੀ ਧਿਰ ਸਮਝੇ ਤੇ ਉਹਦੀ ਖਿਲਾਫਤ ਜਾਂ ਉਹਦੀ ਦੁਸ਼ਮਣ ਧਿਰ ਨਾ ਬਣ ਕੇ ਖੜੀ ਹੋ ਜੇ। ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ 'ਚ ਕੀ ਹੋ ਰਿਹਾ? ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ, ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਦੇ ਆ, ਕਿਉਂ ਨਹੀਂ ਦੇ ਸਕਦੇ? ਦੇ ਸਕਦੇ ਆ। ਉਮਰ ਦਾ ਤੇ ਗਿਆਨ ਦਾ ਤਾਂ ਕੋਈ ਸੰਬੰਧ ਨਹੀਂ। ਇਹ ਤਾਂ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੀ ਚਿੰਗ ਤੁਹਾਡੇ ਅੰਦਰ ਲਾ ਦੇਣੀ ਆ, ਕਿਹਦੀ ਜ਼ਮੀਰ ਜਾਗ ਜਾਣੀ ਆ, ਕਿਹਦੇ ਅੱਖਾਂ ਤੋਂ ਪਰਦਾ ਉਹ ਉੱਠ ਜਾਣਾ। ਸੰਤਾਂ ਦੇ ਪਰਦਾ ਅੱਖਾਂ ਤੋਂ ਆਈ ਉੱਠ ਗਿਆ ਸੀ ਨਾ। ਉਦੋਂ ਰਵਾਇਤ ਸੀ, ਦਮਦਮੀ ਟਕਸਾਲ ਦੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ, ਔਰ ਸੰਤਾਂ ਨੂੰ ਤਾਂ ਪ੍ਰਤੱਖ ਸੀ ਵੀ ਹੁਣ ਲੜਾਈ ਆਮਣੋ ਸਾਹਮਣੀ ਆ, ਹੁਣ ਤਾਂ ਸ਼ਹਾਦਤ ਦੇਣੀ ਪਊ, ਤੇ ਉਹ ਆਉਣ ਵਾਲੇ ਮੁਖੀ ਦਾ ਨਾਂ ਦੱਸ ਕੇ ਜਾਂਦਾ। ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾਂ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਹੈ, ਲੜਾਈ ਇਦੋਂ ਵੱਡੀ ਆ। ਸੋ ਮੁਖੀ ਦਾ ਨਾਂ ਦੱਸਣਾ ਨਹੀਂ ਦੱਸਣਾ, ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਾ ਕੌਮਾਂ ਦੇ, ਉਹ ਫਿਰ ਆਪਣੀਆਂ ਸੰਸਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਕਰਦੇ ਆ, ਉਹ ਉਸ ਪੱਧਰ ਤੇ ਜਾ ਕੇ ਸੋਚਦੇ ਆ। ਸੰਤ ਜਰਨੈਲ ਸਿੰਘ ਨੇ ਅਗਲੇ ਕਿਸੇ ਮੁਖੀ ਦਾ ਨਾਂ ਨਹੀਂ ਦੱਸਿਆ। ਔਰ ਦੇਖੋ ਇਹੋ ਜਿਹਾ ਬਿਰਤਾਂਤ ਰਚਤਾ ਸਾਡੇ ਲਈ ਜਿਹੜਾ ਅਸੀਂ ਸਮਝ ਹੀ ਨਹੀਂ ਸਕੇ। ਇਹੋ ਜਿਹਾ ਬਿਰਤਾਂਤ ਰਚਤਾ ਜਿਹੜੇ ਵੱਡੇ ਵੱਡੇ ਸਾਹਿਤਕਾਰ, ਵੱਡੇ ਵੱਡੇ ਜਿਹੜੇ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਤਾਂ ਬੁੱਧੀਜੀਵੀ ਆ, ਉਹ ਵੀ ਨਹੀਂ ਰਚ ਸਕੇ, ਕਿਤਾਬਾਂ ਲਿਖ ਨਹੀਂ ਰਚ ਸਕੇ। ਜੇ ਕਿਤੇ ਉਹ ਵਰਤਾਰਾ ਨਾ ਵਾਪਰਦਾ, ਅੱਜ ਤੱਕ ਸਾਡੀ ਹੋਂਦ, ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਹਾਂ, ਇਹ ਤਾਂ ਖਤਮ ਸੀ। ਉਹ ਵਰਤਾਰਾ ਵਾਪਰਿਆ ਤਾਂ ਕਈ ਸੰਘਰਸ਼ੀ ਬੰਦੇ, ਕਈ ਯੋਧੇ ਉੱਠੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ ਫਿਰ। ਔਰ ਕੌਮੀ ਲੜਾਈ ਲੜਨੀ ਤੇ ਆਪਦੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ, ਨਹੀਂ, ਅਸੀਂ ਐਂਟੀ ਨੈਸ਼ਨਲ ਨਹੀਂ।
ਅਸੀਂ ਦੇਸ਼ ਧਰੋਹੀ ਵੀ ਨਹੀਂ। ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਠੱਪੇ ਲਾਉਣਾ। ਸਵੈ ਰੱਖਿਆ ਕਰ ਰਹੇ ਹਾਂ ਅਸੀਂ ਆਪਦੀ। ਇਹਦਾ ਤਾਂ ਤੁਸੀਂ ਵੇਖੋ, ਉਸ ਕੁਦਰਤ ਨੇ ਹਰ ਜੀਵ ਨੂੰ ਸਵੈ ਰੱਖਿਆ ਦਾ ਅਧਿਕਾਰ ਦਿੱਤਾ। ਉਹਦੇ ਕੋਲੇ ਕੁਛ ਨਾ ਕੁਛ ਸੈਲਫ ਡਿਫੈਂਸ ਮੈਕੈਨਿਜ਼ਮ ਦਿੱਤਾ, ਕੁਛ ਨਾ ਕੁਛ ਆਪਦਾ ਸੈਲਫ ਡਿਫੈਂਸ ਕਰ ਸਕਦਾ, ਚਾਹੇ ਕੋਈ ਪਸ਼ੂ ਆ, ਚਾਹੇ ਪੰਛੀ ਆ, ਤੇ ਚਾਹੇ ਮਨੁੱਖ ਆ। ਹੁਣ ਸਵੈ ਰੱਖਿਆ ਕਰਨੀ ਵੀ ਤੁਹਾਡੇ ਤੇ ਇਹਨਾਂ ਨੇ ਟੈਗ ਲਾ ਦੇਣੇ ਆ, ਇਹ ਦੇਸ਼ ਧਰੋਹੀ ਆ, ਇਹ ਐਂਟੀ ਨੈਸ਼ਨਲ ਆ। ਤੇ ਜੇ ਆਪਾਂ ਅੱਜ ਇੱਥੇ ਬੈਠ ਕੇ ਅਸਲ ਲੜਾਈ ਦੀ ਗੱਲ ਕਰਦੇ ਆ ਵੀ ਸਾਡੀ ਜੜ ਕਿੱਥੇ ਪਈ ਆ, ਮਸਲਿਆਂ ਦਾ ਹੱਲ ਕਿਵੇਂ ਹੋਊ, ਮਸਲਿਆਂ ਨੂੰ ਸਮਝੀਏ ਤਾਂ ਸਹੀ, ਤੇ ਸਾਨੂੰ ਕਹਿਣਗੇ ਵੀ ਇਹ ਤਾਂ ਬੰਦੇ ਮਰਵਾਓ। ਦੇਖੋ ਸਾਡੇ ਆਪਦੇ ਬੰਦੇ ਹੀ ਵੀ ਇਹ ਤਾਂ ਬੰਦੇ ਮਰਵਾਓ। ਫਿਰ ਜਿਹੜੇ ਸਾਡੇ ਰਹਿਬਰ, ਸਾਡੇ ਗੁਰੂ ਜੋ ਕੁਝ ਕਰਕੇ ਜਿਹੜਾ ਇਤਿਹਾਸ ਰਚ ਗਏ ਤੇ ਘੱਲੂਘਾਰਿਆਂ 'ਚ ਸਾਡੀਆਂ ਸ਼ਹਾਦਤਾਂ ਹੋ ਗਈਆਂ, ਉਹ ਤਾਂ ਯਾਰ ਅਸੀਂ ਬੰਦੇ ਮਰਵਾਤੇ, ਬੜਾ ਨੁਕਸਾਨ ਕਰਾਤਾ। ਇਹ ਵੀ ਇੱਕ ਮਾਨਸਿਕਤਾ ਸਾਡੇ 'ਚ ਚੱਲਦੀ ਆ, ਇਹ ਵੀ ਉਸ ਗੁਲਾਮ ਪ੍ਰਵਿਰਤੀ ਦੀ ਮਾਨਸਿਕਤਾ ਵੀ ਬੜਾ ਨੁਕਸਾਨ ਕਰਾਤਾ। ਯਾਰ ਲਹਿਰਾਂ ਕੋਈ ਵਪਾਰ ਕਰਨ ਥੋੜੀ ਗਈਆਂ ਵੀ ਰੋਟੀ ਪਾਣੀ ਦੇ ਮਸਲੇ ਆ। ਲਹਿਰਾਂ 'ਚ ਤਾਂ ਸਿਰ ਦੇਣੇ ਹੀ ਪੈਂਦੇ ਹੁੰਦੇ ਆ। ਲਹਿਰਾਂ 'ਚ ਦੇਖੋ, ਜਦੋਂ ਹੁਣ ਮੈਂ ਤੁਹਾਨੂੰ ਇੱਕ ਇਤਿਹਾਸ, ਪੁਰਾਤਨ ਇੱਕ ਇਤਿਹਾਸ ਦੀ ਗੱਲ ਕਰਦੇ ਹਾਂ। ਕਹਿੰਦੇ ਜਦੋਂ ਮਹਾਭਾਰਤ ਦਾ ਯੁੱਧ ਹੋ ਗਿਆ ਨਾ, ਤੇ ਬਲਰਾਮ ਸੀ ਜਿਹੜਾ, ਉਹ ਕ੍ਰਿਸ਼ਨ ਨੂੰ ਆ ਕੇ, ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦਾ ਵੀ ਤੂੰ ਦੁਖੀ ਆ, ਤੂੰ ਆਪਸ ਚ ਭਾਈਆਂ ਨੂੰ ਲੜਾ ਕੇ ਤੇ ਇਹਨਾਂ ਦਾ ਖੂਨ ਡੋਲਿਆ, ਆ ਧਰਤੀ ਲਾਲ ਹੋ ਗਈ ਕੁਰੂਕਸ਼ੇਤਰ ਦੀ। ਤੇ ਜੇ ਤੂੰ ਆਪਦੇ ਆਪ ਨੂੰ ਰੱਬ ਹੀ ਕਹਿਲਾਉਣਾ ਵੀ ਤੂੰ ਰੱਬ ਆ, ਫਿਰ ਤੂੰ ਜਿਹੜੇ ਧਰਮ ਦੀ ਸਥਾਪਨਾ ਕਰ ਰਿਹਾ ਸੀ, ਉਹ ਧਰਮ ਦੀ ਸਥਾਪਨਾ ਕੋਈ ਮਹਾਮਾਰੀ ਫੈਲਾ ਦਿੰਦਾ, ਜਿਹੜੇ ਦੁਖੀ ਆ ਜਾਂ ਧਰਮੀ ਬੰਦੇ ਉਹਨਾਂ ਨੂੰ ਮਰਵਾ ਦਿੰਦਾ। ਉਹ ਕਹਿੰਦਾ ਨਹੀਂ, ਇਹ ਆਉਣ ਵਾਲੇ ਸਦੀਆਂ ਤੱਕ ਇਸ ਮਨੁੱਖ ਜਾਤ ਨੇ ਇਹ ਤੋਂ ਸਬਕ ਲੈਣਾ। ਜਦੋਂ ਕਿਤੇ ਮਨੁੱਖਾਂ ਨੂੰ, ਮਨੁੱਖੀ ਜਾਤ ਨੂੰ, ਮਾਨਸ ਜਾਤ ਨੂੰ ਧਰਮ ਦੀ ਸਥਾਪਨਾ ਦੀ ਲੜਾਈ ਲੜਨੀ ਪਊਗੀ। ਧਰਮ ਬਿਨਾਂ ਖੂਨ ਡੋਲਿਆਂ ਸਥਾਪਿਤ ਹੋ ਹੀ ਨਹੀਂ ਸਕਦਾ। ਤੁਸੀਂ ਉਦੋਂ ਬਾਅਦ ਇਤਿਹਾਸ ਦੇਖ ਲਓ। ਔਰ ਉਸੇ ਧਰਮ, ਉਸੇ ਯੁੱਧ ਚੋਂ ਇਹ ਵਾਇਲੈਂਸ ਕਹਿੰਦੇ ਆ ਨਾ ਵੀ ਵਾਇਲੈਂਸ ਕਰਾਤੀ ਵੀ ਦੇਖੋ ਇਹ ਤਾਂ ਲਾਲ ਕਿਲਾ ਹਿੰਸਾ, ਕਿਵੇਂ ਸਰਕਾਰਾਂ ਇਹ ਆਪਦੀਆਂ ਬੋਲੀ ਘੜਦੀਆਂ ਤੇ ਸਾਨੂੰ ਉਸ ਬੋਲੀ ਦੇ ਥਰੂ ਦੇਖਣ ਲਾ ਦਿੰਦੀਆਂ। ਸਾਨੂੰ ਐਂ ਲੱਗਦਾ ਵੀ ਵਾਕਈ ਯਾਰ ਸਾਡਾ ਬੰਦਾ, ਮੈਨੂੰ ਆਪਦੇ ਆਪ ਨੂੰ ਲੱਗ ਜਾਂਦਾ ਯਾਰ ਕੁਛ ਗਲਤ ਤਾਂ ਨਹੀਂ ਕਰ ਬੈਠੇ। ਐਡਾ ਵੱਡਾ ਬਿਰਤਾਂਤ ਆ, ਐਡਾ ਵੱਡਾ ਬਿਰਤਾਂਤ ਰਚਦੇ ਆ, ਫਿਰ ਆਪਦੇ ਸਿਧਾਂਤਾਂ ਤੇ ਵਾਪਸ ਜਾਂਦੇ ਆ, ਕਹਿੰਦੇ ਨਹੀਂ ਇਹ ਤਾਂ ਇੱਕ ਵਹਿਣ ਸੀ। ਉੱਥੇ ਕੋਈ ਦੀਪ ਸਿੱਧੂ ਹੁੰਦਾ, ਦੀਪ ਸਿੱਧੂ ਕੀ ਤਣਕਾ, ਇੱਕ ਹਵਾ ਆਉਂਦੀ ਆ, ਝੱਖੜ ਆਉਂਦਾ, ਵਹਿਣ ਆਉਂਦਾ, ਵੇਗ ਵਗਦਾ, ਉਹਦੇ 'ਚ ਉਹ ਵਗ ਜਾਂਦਾ ਨਾਲ ਹੀ। ਉੱਥੇ ਉਹਦਾ ਕੋਈ ਹਸਤੀ ਨਹੀਂ ਹੈ। ਲਹਿਰਾਂ ਦਾ ਇੱਕ ਵੇਗ ਹੁੰਦਾ। ਹੁਣ ਉਹ ਲਹਿਰਾਂ 'ਚ ਉਸ ਵੇਗ ਦੇ ਹਿਸਾਬ ਨਾਲ ਵਰਤਾਰੇ ਵਾਪਰਨੇ ਹੁੰਦੇ ਆ। ਸਰਕਾਰਾਂ ਉਹਨੂੰ ਕਹਿੰਦੀਆਂ ਇਹਨਾਂ ਨੇ ਵਾਇਲੈਂਸ ਕਰਾਤਾ, ਇਹਨਾਂ ਨੇ ਆਹ ਕਰਾਤਾ, ਸਾਡੇ ਬੰਦੇ ਵੀ ਮੰਨ ਜਾਂਦੇ ਆ। ਤੇ ਉਹ ਮਹਾਭਾਰਤ ਚੋਂ ਗੀਤਾ ਨਿਕਲੀ, ਉਹ ਵਾਇਲੈਂਸ ਚੋਂ ਹੀ ਨਿਕਲੀ ਸੀ ਨਾ। ਧਰਮ ਯੁੱਧ ਕਿਹਾ ਗਿਆ ਉਸ ਮਹਾਭਾਰਤ ਦੇ ਯੁੱਧ ਨੂੰ, ਉਹ ਵਾਇਲੈਂਸ ਹੀ ਸੀ ਨਾ। ਧਰਤੀ ਕੁਰੂਕਸ਼ੇਤਰ ਦੀ ਲਾਲ ਹੋ ਗਈ ਸੀ। ਸੋ ਸਾਨੂੰ ਆਪਦੇ ਬੜਾ ਕੁਛ, ਮੈਂ ਦੇਖੋ ਇਹ ਗੱਲਾਂ ਇਸ ਕਰਕੇ ਕਰ ਰਹੇ ਹਾਂ, ਰਾਜਸੀ ਚੇਤਨਾ ਤੇ ਸਾਡੀ ਲੜਾਈ ਕੀ ਆ। ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗੂ, ਉਦੋਂ ਤੱਕ ਅਸੀਂ ਬਹੁਤ ਲੜਾਈਆਂ ਲੜੀ ਜਾਵਾਂਗੇ, ਸਾਡਾ ਫਾਉ ਪੈਣਾ ਹੀ ਨਹੀਂ ਕਿਤੇ। ਸੋ ਸਾਡੀ ਰਾਜਸੀ ਚੇਤਨਾ ਦਾ ਪੱਧਰ ਇਸ ਸਟੇਟ ਨੇ ਸਾਡੀ ਮਾਨਸਿਕਤਾ ਨੂੰ ਫੜ ਕੇ ਅੱਜ ਜੋ ਕ੍ਰੀਏਟ ਕੀਤਾ ਹੋਇਆ ਨਾ, ਜੋ ਸਾਡਾ ਰਾਜਸੀ ਚੇਤਨਾ ਦਾ ਇੱਕ ਪੱਧਰ ਬਣ ਗਿਆ, ਉਹ ਬਹੁਤ ਨੀਵਾਂ, ਸਾਨੂੰ ਉੱਤੇ ਚੱਕਣਾ ਪਊ। ਇੱਕ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਹੈ ਕੌਮ 'ਚ, ਇੱਕ ਸਮੂਹਿਕ ਚੇਤਨਾ। ਸਾਨੂੰ ਉਸ ਸਮੂਹਿਕ ਚੇਤਨਾ ਨੂੰ ਵੀ ਉੱਤੇ ਚੱਕਣਾ ਪਊਗਾ। ਜਿਹੜੇ ਨੌਜਵਾਨ ਇੱਥੇ ਬੈਠੇ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਬਾਈ ਜੀ। ਤੁਸੀਂ ਵਾਕਈ ਉਹ ਧਰਮ ਯੁੱਧ ਲੜ ਰਹੇ ਹੋ। ਇੱਕ ਪਾਸੇ ਮੋਦੀ ਸਰਕਾਰ ਖੜੀ ਆ ਜਿਨ੍ਹਾਂ ਨੇ ਇੱਕ ਆਪਦੀ ਫਾਸਿਸਟ ਫਾਸ਼ੀਵਾਦ ਦੀ ਇੱਕ ਕੌਨਸਟੀਟਿਊਂਸੀ ਤਿਆਰ ਕਰ ਲਈ, ਲੋਕ ਤਿਆਰ ਕਰ ਲਏ। ਉਹ ਹੋ ਸਕਦਾ 70 ਕਰੋੜ ਹੋਣ ਕਿ 80 ਕਰੋੜ ਹੋਣ, ਗਿਣਤੀ ਤਾਂ ਆਪਾਂ ਨੂੰ ਨਹੀਂ ਪਤਾ, ਪਰ ਤਕਰੀਬਨ ਇੱਥੇ ਖੜੇ ਆ। ਉਹ ਬੰਦੇ
ਉਹਨਾਂ ਦੀ ਆਈਡੀਓਲੋਜੀ ਦੇ ਨਾਲ ਉਹਨਾਂ ਦਾ ਪੋਲੀਟੀਕਲ ਤੇ ਧਾਰਮਿਕ ਆਈਡੀਆ ਹੀ ਬਦਲ ਗਿਆ। ਜੋ ਰੰਗਜੇਬ ਕਰਦਾ ਸੀ, ਜੋ ਅੱਜ ਇਹ ਕਰ ਰਹੇ ਇਹਨਾਂ 'ਚ ਕੋਈ ਫਰਕ ਨਹੀਂ। ਉਹਦਾ ਵੀ ਦੇਖੋ, ਹਜ਼ਰਤ ਮੁਹੰਮਦ ਸਾਹਿਬ ਨੇ ਕਦੇ ਇਹ ਥੋੜੀ ਸਿਖਾਇਆ ਸੀ ਵੀ ਤੁਸੀਂ ਜਾ ਕੇ ਕਤਲੇਆਮ ਕਰੋ, ਜਨੇਊ ਲਾਓ, ਸਿਰ ਕਲਮ ਕਰੋ। ਔਰ ਇਹੋ ਜਿਹੇ ਜਿਹੜੇ 9ਵੇਂ ਪਾਤਸ਼ਾਹ ਦੇ ਨਾਲ ਜੋ ਹੋਇਆ, ਉਦੋਂ ਪਹਿਲਾਂ ਸਾਡੇ 5ਵੇਂ ਪਾਤਸ਼ਾਹ ਨਾਲ ਜੋ ਹੋਇਆ, ਜੇ ਇਸ ਤਰ੍ਹਾਂ ਤੁਸੀਂ ਵਰਤਾਰੇ ਵਪਾਰ, ਇਹ ਕੋਈ ਹਜ਼ਰਤ ਮੁਹੰਮਦ ਸਾਹਿਬ ਜਾਂ ਇਸਲਾਮ ਨਹੀਂ ਸਿਖਾਉਂਦਾ। ਪਰ ਔਰ ਕਿਸੇ ਬੰਦੇ ਦਾ, ਕਿਸੇ ਹੁਕਮਰਾਨ ਦਾ ਐਡਾ ਜੇਰਾ ਜਾਂ ਉਹਦੀ ਆਤਮਿਕ ਤੌਰ ਤੇ ਉਹਦੀ ਆਤਮਾ ਐਡਾ ਭਾਰ ਝੱਲ ਸਕੇ, ਇਹ ਵੀ ਨਹੀਂ ਹੁੰਦਾ। ਵੀ ਐਡਾ ਜ਼ੁਲਮ ਕਰ ਦੋ ਤੁਸੀਂ, ਲੱਖਾਂ ਬੰਦੇ ਉਹ ਮਾਰ ਦੋ ਤੇ ਤੁਹਾਡੀ ਆਤਮਾ ਇੰਨਾ ਭਾਰ ਝੱਲ ਕੇ, ਇਹ ਨਹੀਂ ਹੁੰਦਾ। ਉਹਨਾਂ ਦਾ ਧਰਮ ਦਾ ਤੇ ਪੋਲੀਟੀਕਲ ਆਈਡੀਆ ਵੱਖਰਾ ਹੁੰਦਾ। ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇੱਕ ਧਰਮ ਯੁੱਧ ਲੜ ਰਹੇ ਹਾਂ, ਅਸੀਂ ਇਨਸਾਫ ਕਰ ਰਹੇ ਹਾਂ। ਸੋ ਜੋ ਔਰੰਗਜ਼ੇਬ ਕਰ ਰਿਹਾ ਸੀ, ਵਹਾਬਿਜ਼ਮ ਉਹਨੂੰ ਕਹਿੰਦੇ ਸੀ, ਵਹਾਬੀ, ਉਹੀ ਅੱਜ ਇੱਕ ਵੱਖਰੇ ਰੂਪ 'ਚ ਮੋਦੀ ਸਰਕਾਰ ਕਰ ਰਹੀ ਹੈ। ਜੋ ਉਸ ਵੇਲੇ ਉਹਨੇ ਇੱਕ ਆਪਦੀ ਕੌਂਸਟੀਟੂਐਂਸੀ ਤਿਆਰ ਕਰ ਲਈ ਸੀ, ਇਹਨਾਂ ਨੇ ਵੀ ਇੱਕ ਆਪਦੀ ਕੌਂਸਟੀਟੂਐਂਸੀ ਤਿਆਰ ਕਰ ਲਈ ਹੈ। ਸੋ ਜਿਹੜੇ ਸੰਘਰਸ਼ੀ ਬੰਦੇ ਬੈਠੇ ਆ, ਉਹ ਇਸ ਧਰਤੀ ਤੇ ਹੀ ਬੈਠੇ ਆ। ਮੈਂ ਫੇਰ ਕਹਿਣਾ, ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਟੱਕਰ ਦਿੱਤੀ ਆ, ਮੱਥਾ ਲਾਇਆ, ਲੈ ਹੋਰ ਕਿਸੇ ਖਿੱਤੇ ਦਾ ਬੰਦਾ ਕੋਈ ਲੜ ਕੇ ਦਿਖਾ ਦੇਗਾ। ਇਹ ਕਿਉਂ ਇਸ ਧਰਤੀ ਤੋਂ? ਇਹਦੇ ਵੀ ਪਿੱਛੇ ਕਾਰਨ ਆ। ਜਿਹੜਾ ਇਨਕਲਾਬ ਇਸ ਧਰਤੀ ਨੇ 250 ਸਾਲ, ਜਦੋਂ ਗੁਰੂ ਸਾਡੇ ਰਹਿਬਰ ਇੱਥੇ ਜਿਸਮਾਨੀ ਰੂਪ 'ਚ ਮੌਜੂਦ ਸੀ, ਜਿਹੜਾ ਇਨਕਲਾਬ ਇਸ ਧਰਤੀ ਨੇ ਦੇਖਿਆ, ਉਹ ਇਸ ਖਿੱਤੇ 'ਚ ਕਿਸੇ ਹੋਰ ਧਰਤੀ ਨੇ ਦੇਖਿਆ ਹੀ ਨਹੀਂ। ਵਾਕਈ ਕਿਤੇ ਕੋਈ ਇਨਕਲਾਬ ਨਹੀਂ ਆਇਆ। ਉਹ ਇਨਕਲਾਬ ਆਇਆ ਤਾਂ ਇਸ ਧਰਤੀ ਤੇ ਆਇਆ ਜਦੋਂ ਕਿਤੇ ਹਕੂਕ ਹੱਕ ਦੀ ਗੱਲ ਹੁੰਦੀ ਹੈ ਤਾਂ ਇਹ ਧਰਤੀ ਦੇ ਲੋਕ ਪਹਿਲਾਂ ਖੜੇ ਹੋ ਜਾਂਦੇ ਆ। ਔਰ ਇਹ ਵਰਤਾਰਾ ਵਾਪਰਦਾ ਰਹਿਣਾ। ਪਰ ਜੇ ਅਸੀਂ ਗੱਲ ਕਰਦੇ ਹਾਂ ਮਸਲਿਆਂ ਦੀ ਸਮਝ, ਫਿਰ ਉਹਨਾਂ ਦਾ ਹੱਲ। ਜਦੋਂ ਯਹੂਦੀਆਂ ਦੇ ਇਹ ਵਰਤਾਰਾ ਵਾਪਰਦਾ ਸੀ ਨਾ, ਕੌਮ ਨੇ ਇਕੱਠਾ ਆਪਦੇ ਆਪ ਨੂੰ ਯਹੂਦੀਆਂ ਨੇ ਕਰਕੇ ਤੇ ਬਾਕੀ ਕੌਮਾਂ ਨਾਲੋਂ, ਬਾਕੀ ਜਿਹੜੇ ਖਿੱਤਿਆਂ ਦੇ ਲੋਕਾਂ ਨਾਲੋਂ ਤੋੜ ਲਿਆ। ਤੋੜ ਕੇ ਤੇ ਉਹ ਇਹ ਸਮਝਣ ਲੱਗ ਗਏ ਵੀ ਯਾਰ ਇਹ ਹੋ ਚੱਲ ਕਿਉਂ ਰਿਹਾ। ਆ ਸਾਡੇ 'ਚ ਸਿੱਖਿਆ ਦਾ ਪੱਧਰ ਏਡਾ ਉੱਚਾ, ਸਾਡੇ ਬੰਦੇ ਅਫਸਰ ਜਰਨੈਲ ਆ, ਸਾਡੇ ਕੋਲੇ ਸਾਇੰਟਿਸਟ ਬੈਠੇ ਆ, ਆਇਨਸਟਾਈਨ ਵਰਗੇ, ਸਾਡੇ ਕੋਲੇ ਲਿਆਕਤ ਇੰਨੀ ਆ, ਫੇਰ ਕਿਉਂ ਸਾਡੇ ਨਾਲ ਇਹ ਕੰਮ ਹੋ ਗਏ। ਫਿਰ ਉਹਨਾਂ ਨੇ ਇਹ ਗੱਲ ਸਮਝੀ, ਕਹਿੰਦੇ ਜਦੋਂ ਕਿਤੇ ਬਹੁਤ ਗਿਣਤੀ 'ਚ ਕਿਸੇ ਕੌਮ 'ਚ ਇੱਕ ਜਿਹੜੀ ਜੈਨੋਸਾਈਡ ਇੰਪਲਸ, ਇਹਦੀ ਪੰਜਾਬੀ ਮਾੜੀ ਜੀ ਕਰੋ ਜੀ, ਜੈਨੋਸਾਈਡ ਇੰਪਲਸ ਨੂੰ ਕੀ ਕਹਿੰਦੇ ਆ? ਕਿਸੇ ਹੋਰ ਕੌਮ ਨੂੰ ਮਾਰਨ ਦੀ ਜਿਹੜੀ, ਜਾਂ ਉਹਨੂੰ ਖਤਮ ਕਰਨ ਦੀ ਇੱਕ ਬਿਰਤੀ ਪਈ ਹੋਵੇ ਨਾ, ਹਾਂਜੀ, ਨਸਲਕੁਸ਼ੀ ਦੀ ਬਿਰਤੀ ਪਈ ਹੋਵੇ, ਉਹ ਕਿਸੇ ਖਾਸ ਇਤਿਹਾਸਕ ਮੌਕੇ ਤੇ ਪ੍ਰਗਟ ਹੁੰਦੀ ਹੈ, ਕਿਸੇ ਖਾਸ ਇਤਿਹਾਸਕ ਮੋੜ ਤੇ ਜਾ ਕੇ ਪ੍ਰਗਟ ਹੁੰਦੀ ਆ। ਫਿਰ ਉਸ ਵੇਲੇ ਤੁਹਾਡੇ ਸਿੱਖਿਆ ਕਿੰਨੀ ਆ, ਤੁਹਾਡੇ ਕੋਲੇ ਅਫਸਰ ਕਿੰਨੇ ਹੋ ਤੁਸੀਂ, ਇਹ ਮੈਟਰ ਹੀ ਨਹੀਂ ਕਰਦਾ। ਜਿਹੜੇ ਜਨਰਲ ਅਰੋੜਾ, ਬੰਗਲਾਦੇਸ਼ ਵਾਰ ਦੇ ਹੀਰੋ, 84 ਵੇਲੇ ਉਹਨਾਂ ਨੂੰ ਵੀ ਆਪਦੀ ਜਾਨ ਬਚਾਉਣੀ ਪਈ ਸੀ। ਇੱਥੋਂ ਤੱਕ ਕਿ ਹੋਮ ਮਿਨਿਸਟਰ, ਰਾਸ਼ਟਰਪਤੀ ਨੂੰ ਆਪਦੀ ਜਾਨ ਬਚਾਉਣੀ ਪਈ ਸੀ। ਸੋ ਜਦੋਂ ਨਸਲਕੁਸ਼ੀ ਦੀ ਬਿਰਤੀ ਨੇ ਕਿਤੇ, ਇਹ ਬਿਰਤੀ ਕਿਤੇ ਚੱਲ ਰਹੀ ਹੈ ਥੱਲੇ, ਉਹ ਇੱਕ ਖਾਸ ਇਤਿਹਾਸਕ ਮੋੜ ਆਉਂਦਾ, ਉਸ ਵੇਲੇ ਉਹ ਪ੍ਰਗਟ ਹੋ ਜਾਂਦੀ ਆ। ਫਿਰ ਇਹ ਬਸ ਇਹ ਕੁਛ ਨਹੀਂ ਦੇਖਦੇ। ਤੇ ਸਾਡੇ ਨਾਲ ਉਹ ਮੋੜ ਆਏ ਹੋਏ ਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਵੀ ਉਹ ਮੋੜ ਆਉਣ। ਤੇ ਫਿਰ ਕੌਮ ਨੂੰ ਕਰਨਾ ਕੀ ਚਾਹੀਦਾ, ਪੰਜਾਬੀਆਂ ਨੂੰ ਕਰਨਾ ਕੀ ਚਾਹੀਦਾ? ਜਦੋਂ ਤੱਕ ਅਸੀਂ ਕਲੈਕਟਿਵ ਕੌਨਸ਼ੀਅਸਨੈਸ, ਰਾਜਸੀ ਚੇਤਨਾ, ਸਟੇਟ ਕ੍ਰਾਫਟ, ਡੀਪ ਸਟੇਟ ਕੀ ਆ, ਕੰਮ ਕਿਵੇਂ ਹੁੰਦੀਆਂ, ਏਜੰਸੀਆਂ ਕੀ ਕੰਮ ਕਰਦੀਆਂ, ਸਾਡੇ ਤਾਂ ਸਿੱਧਾ ਜਿਹਾ ਲੱਗ ਜਾਂਦਾ ਨਾ ਵੀ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਜੀ ਆ ਖੜਾ ਸਾਹਮਣੇ। ਅਸੀਂ ਤਾਂ ਐਂ ਸਮਝ ਲੈਂਦੇ ਆ ਵੀ ਏਜੰਸੀਆਂ ਦੇ ਬੰਦੇ ਐਂ ਤੁਰੇ ਫਿਰਦੇ ਆ, ਤੇ ਉਹਨਾਂ ਦਾ ਉਹ ਤੁਹਾਡੇ ਨਾਲ ਆਹ ਗੱਲ ਆ ਕੇ ਕਰਨਗੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ। ਸੋ ਇਹ ਗੱਲਾਂ ਜਦੋਂ ਤੱਕ ਸਾਡੇ ਸਮਝ ਨਹੀਂ ਆਉਣਗੀਆਂ, ਸਾਨੂੰ ਸਾਡੇ ਮਸਲੇ ਨਹੀਂ ਸਮਝ ਆਉਣੇ ਤੇ ਉਹਨਾਂ ਦੇ ਹੱਲ ਨਹੀਂ ਨਿਕਲਣੇ। ਬਾਕੀ ਇੱਕ ਗੱਲ ਜ਼ਰੂਰ ਆ,
ਜਦੋਂ ਇਨਕਲਾਬ ਲਿਆਉਣਾ, ਦੇਖੋ ਇਨਕਲਾਬ ਹੁਣ ਦਿੱਲੀ ਬਹਿ ਕੇ ਜੇ ਅਸੀਂ ਕਹੀਏ ਕੋਈ ਅੰਬ ਆ ਤੇ ਅਸੀਂ ਤੋੜ ਲਈਏ, ਇਹ ਕੋਈ ਅੰਬ ਤਾਂ ਨਹੀਂ ਆ ਵੀ ਅਸੀਂ ਤੋੜ ਲਾਂਗੇ, ਕੋਈ ਫਲ ਫਰੂਟ ਨਹੀਂ ਆ, ਇਹਦੇ ਕੋਈ ਫਾਰਮੂਲੇ ਵੀ ਨਹੀਂ ਹੁੰਦੇ। ਸੋ ਪਰ ਇਨਕਲਾਬ ਵਾਸਤੇ ਜਿੰਨੇ ਇਨਕਲਾਬੀ ਯੋਧੇ ਹੋਏ ਆ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ, ਜਿਹੜੇ ਤੁਸੀਂ ਬੈਠੇ ਹੋ ਨਾ ਪਿੰਡਾਂ ਦੇ ਆਪਾਂ ਬੰਦੇ ਬੈਠੇ ਆ, ਵੀ ਜਦੋਂ ਕਿਤੇ ਇਨਕਲਾਬ ਨੇ ਉੱਠਣਾ ਜਾਂ ਆਉਣਾ ਉਹਨੇ ਪਿੰਡਾਂ 'ਚ ਉੱਠਣਾ, ਸ਼ਹਿਰਾਂ ਵਾਲੇ ਨੇ ਮੁੜ ਕੇ ਮਗਰ ਲੱਗਣਾ ਤੁਹਾਡੇ। ਨਹੀਂ ਤਾਂ ਸ਼ਹਿਰਾਂ ਵਾਲੇ ਇੱਕ ਆਪਣੇ, ਮੈਂ ਜਦੋਂ ਜੇਲ੍ਹ 'ਚ ਸੀ ਨਾ ਤੇ ਉੱਥੇ ਮੇਰੀ ਮੁਲਾਕਾਤ ਯਾਸਿਨ ਮਲਿਕ ਨਾਲ ਹੋਈ। ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫੋਰਸ ਦਾ ਕਮਾਂਡਰ ਇਨ ਚੀਫ ਸੀ। ਉਹਦੇ ਬਾਅਦ ਉਹਨਾਂ ਨੇ ਆਪਦਾ ਹਥਿਆਰਬੰਦ ਸੰਘਰਸ਼ ਜਿਹੜਾ ਉਹ ਸੀਜ਼ਫਾਇਰ ਹੋਈ ਤੇ ਉਹਨਾਂ ਨੇ ਫਿਰ ਇੱਕ ਪੀਸਫੁਲ ਸਟਰਗਲ ਸ਼ੁਰੂ ਕੀਤੀ। ਪਰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ 'ਚ ਸਪੇਸ ਤਾਂ ਮਿਲਦੀ ਨਹੀਂ ਹੁੰਦੀ, ਤਾਂ ਸੰਘਰਸ਼ ਉੱਥੋਂ ਤੱਕ ਪਹੁੰਚਦਾ, ਤੇ ਉਹਨਾਂ ਨੂੰ ਪੀਸਫੁਲ ਸਟਰਗਲ 'ਚ ਵੀ ਸਪੇਸ ਨਹੀਂ ਦਿੱਤੀ ਗਈ, ਚੱਕ ਜੇਲ੍ਹਾਂ 'ਚ ਸਿੱਟਤਾ। ਇਹ ਆਪਣੇ ਨਾਲ ਵੀ ਹੋਣੀਆਂ ਗੱਲਾਂ, ਹਜੇ ਤਾਂ 2 ਮਹੀਨੇ ਹੀ ਲਾਏ ਆ। ਸੋ ਉਹਨੇ ਮੈਨੂੰ ਇੱਕ ਗੱਲ ਦੱਸੀ ਤੇ ਉਹ ਕਹਿੰਦਾ, ਉਹਨੇ ਮੈਨੂੰ ਇੱਕ ਪੋਇਟਰੀ ਸ਼ੇਅਰ ਦੱਸਿਆ, ਕਹਿੰਦਾ तेरे गम को जहाँ की तलाश थी, तेरे जाने सार चले गए, तेरी राह में करते थे सर तलब, सरे राह गुजर चले गए, ये हम ही थे जिनके लिबास पर सरे राह स्याही लिखी गई, यही दाग सजा सजा के हम सरे बज़ में यार चले गए, न रहा रुखे जुनूने वफा, ये रस्मो ये दार करोगे क्या, न रहा रखे जुनूने वफा, ये रस्मो ये दार करोगे क्या, जिन्हें जुल्म सितम पर नाज था वो गुनहगार चले गए, ये हम ही थे जिनके लिबास पे सरे राह स्याही लिखी गई, यही दाग सजा सजा के हम सरे बज़ में यार चले गए। हुणे जदों मैनूं उन्होंने शेर सुनाया, मैं उन्होंने एक सवाल पूछा सी, मैं यार इन्ने मेरे ते दूषणबाजी इन्ना कुछ गदार परिवार नूं घड़ीस लिया। कहंदा बाई जी जिहड़े राह ते तू तुर पिया, जिहड़ी धिर नाल मत्था लाई बैठा, उन्होंने तेरे लिबास ते आही छिट्टे पाउणे आ, यही छिट्टे यही दाग सजा सजा के तैनूं ਉਹ ਸਾਰੇ ਬਸ ਮੈਂ ਬਾਜ਼ਾਰਾਂ 'ਚੋਂ ਨਿਕਲਣਾ ਪੈਣਾ ਤੇ ਉਹਨੂੰ ਸਜਾ ਕੇ ਨਿਕਲਣਾ ਪੈਣਾ ਵੀ ਆਹ ਵੇਖੋ ਮੇਰੇ ਦਾਗ, ਆਹ ਵੇਖੋ ਮੇਰੇ ਛੱਟੇ। ਤੇ ਜਿਹੜੇ ਕਹਿੰਦੇ ਹੁੰਦੇ ਨਾ ਤੇਰੇ ਗਮ ਕੋ ਜਾਂ ਕੀ ਤਲਾਸ਼ ਦੀ ਤੇਰੇ ਜਾਣੇ ਸਾਰ ਚਲੇ ਗਏ, ਵੀ ਬਾਈ ਅਸੀਂ ਨਾਲ ਆ ਯਾਰ, ਅਸੀਂ ਕੋਈ ਨਹੀਂ ਤੇਰੇ ਨਾਲ ਖੜੇ ਆ, ਉਹਦਾ ਸਭ ਤੋਂ ਪਹਿਲਾਂ ਉਹਨਾਂ ਨੇ ਪਾਸੇ ਹੋ ਜਾਣਾ ਹੁੰਦਾ। ਪਰ ਜਿਹੜੇ ਬੰਦਿਆਂ ਨੇ ਖੜਨਾ ਹੁੰਦਾ ਉਹ ਪਿੰਡਾਂ 'ਚ ਬੈਠੇ ਆ। ਹੁਣ ਜੇ ਅਗਲੀ ਵਾਰੀ ਪੰਜਾਬ ਜਾਏਗਾ ਤਾਂ ਪਿੰਡਾਂ 'ਚ ਹੋ ਜੀ, ਉਹ ਬੰਦੇ तेरे नाल तुरनगे, वो बंदे इनकलाब लैके आउणगे। आ शहरियां ने वपारियां ने सब तो पहला बचना हुंदा। सो ये गल्लां अगलियां दे तां तजर्बे आ, आपां वो तजर्बियां तो माड़ा मोटा सिख लैंदे आ, अपने कोले तां किहड़े तजर्बे आ। ते जां ये भी कह लो भी जज्बा भी सारे जिहड़े साडे इत्थे संघर्षी बंदे बैठे आ, इन्हां तो माड़ा सिखदे आ भी चलो तुर गए जी, चलो तुर गए इकट्ठे हो के। पर जिवें दानगढ़ बाई जी ने एक गल कही सी भी कोई प्लेटफॉर्म क्रिएट करिए। प्लेटफॉर्म आप बिल्कुल सानू, मैं तुहानू कहा भी तुहानू 4 तरह की जथेबंदक ढांचा, पंथक मसलियां ते बोलन, मैं तो साबित सूरत भी नहीं है, पंथक मसलियां ते बोल भी नहीं सकता, एक्सैप्टेबिलिटी भी नहीं है ना। तो इस करके साडे साबित सूरत बंदे पंथक मसलियां ते पंथ की राजनीति ते बोलन, समाजिक ते समाज दे ते रासी मसलियां ते बोलन पंजाब दे। फिर साडे कोले जिहड़ी असीं एक गल करदे सी भी ਉਹ ਧਿਰ भी होवे जिहड़ी ਅੱਖਾਂ 'ਚ ਅੱਖਾਂ पा के सरकार नाल गल्लां कर सके, जिवें ही डांग सोटे वांगू गल्लां कर सके भी असीं दसो जी। ते एक मेन स्ट्रीम पॉलिटिक्स की है, वोट पॉलिटिक्स। वो सॉरी मैं थोड़ा जिहा हो सकदा ਜਾਂਦੇ ਜਾਂਦੇ ਆਪਾਂ ਗੱਲਾਂ ਕਰਦੇ ਰਹੀਏ, ਪਰ ਜੇ ਕੁਛ ਨਹੀਂ ਕਿਸੇ ਦੇ ਕੋਈ ਗੱਲ ਸਮਝ ਆਈ ਜਾਂ ਮੇਰੇ ਤੋਂ ਕੁਛ ਪੁੱਛਣਾ ਚਾਹੁੰਦਾ ਵਿੱਚੋਂ ਰੋਕ ਕੇ ਵੀ ਪੁੱਛ ਲਓ, ਚਾਹੇ ਬਾਅਦ 'ਚ ਪੁੱਛ ਲਿਓ। ਹੁਣ ਮੇਨ ਸਟ੍ਰੀਮ ਪੋਲਿਟਿਕਸ, ਵੋਟ ਪੋਲਿਟਿਕਸ ਕੀ ਹੁੰਦੀ ਆ? ਵੋਟ ਪੋਲਿਟਿਕਸ ਸਾਨੂੰ ਐਂ ਲੱਗਦਾ ਵੀ ਚੋਣਾਂ ਜਿੱਤ ਲਓ ਤੇ ਸਾਡਾ ਹੱਲ ਹੋ ਜੂ। ਉਹ ਇੱਕ ਅੰਸ਼ਕ ਜੀ ਪ੍ਰਾਪਤੀ ਜ਼ਰੂਰ ਹੋ ਜੂਗੀ। ਜਿਹੜੇ ਸਾਡੇ ਬੰਦੇ ਬਾਕੀ ਲੜ ਰਹੀਆਂ ਧਿਰਾਂ ਉਹਨਾਂ ਦੀ ਸਪੋਰਟ ਜੀ ਇੱਕ ਜ਼ਰੂਰ ਹੋ ਜੂਗੀ। ਪਰ ਜਿਵੇਂ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਗਈ ਆ ਨਾ, ਚੋਣਾਂ ਲੜ ਕੇ ਸਾਡਾ ਕੁਛ ਹੱਲ ਇਕੱਲਾ ਨਹੀਂ ਹੋ ਸਕਦਾ। ਪਰ ਲੜਨੀਆਂ ਸਾਨੂੰ ਫੇਰ ਵੀ ਚਾਹੀਦੀਆਂ, ਸਾਨੂੰ ਲੜਨੀਆਂ ਚਾਹੀਦੀਆਂ ਕਿ ਧਿਰ ਆਪਦੀ ਖੜੀ ਕਰਨੀ ਚਾਹੀਦੀ ਆ, ਜਿਹੜੀ ਤੁਹਾਡੇ ਹੱਕ ਹਕੂਕ ਦੀ ਗੱਲ ਕਰੇ, ਜਿਹੜੀ ਜਾ ਕੇ
विधान सभा च लोक सभा च तुहाडे आवाज़ बुलंद करे, अज तक साडे नाल इह भी नहीं वापरिया। तुहाडे नाल वापरदा की आ? सानू वरगला के मैनिपुलेट करके, पिछली बारी कैप्टन साहब आए, गुटका साहब हाथ च फड़ के उहदी सौं खा के, एक पासे नशियां दी गल करके, एक पासे भी मैं जिन्ना भ्रिष्टाचार या करप्शन चल रही है इनू खत्म करूँ, उस वेले अच्छा फिर श्री गुरु ग्रंथ साहब की बेअदबी की गल करके उन्होंने दे निरादर जिहड़ा होया उहदे दोषियों नूं सज़ा देवांगे। ते साडी जिहड़ी ਇਹ ਸੀ ਪਹਿਲਾਂ भी ਜਿਹੜੇ उदू ਪਹਿਲਾਂ तुरे आउंदे आ यार इन्हां नूं सिੱਟਣਾ एक दी, क्योंकि ये मुੱਛ ਦੀ बड़ा ਜਿਹਾ ਦੇਈ ਫਿਰਦੇ ਆ। ਤੇ फिर दूजा ਜਿਹੜਾ ਸਾਨੂੰ ਵਰਗਲਾ ਗਿਆ ਅਸੀਂ उधर ਨੂੰ उलर गए, ਸਾਡੇ ਨਾਲ ਇਹੀ ਵਾਪਰਦਾ ਐਕਤੀ ਹੁਣ ਪਤਾ ਨਹੀਂ ਕਿੱਧਰ ਨੂੰ ਉਲਰਾਂਗੇ। सो इन्हां बंदिਆਂ ने ਸਾਡੇ ਨਾਲ ਇਹੀ ਕੰਮ ਕੀਤੇ, ਸਾਨੂੰ ऑब्जेक्ट ਦੀ तरह यूज़ किया, वस्तु की तरह। ਜਿਹੜਾ ਸਾਨੂੰ ਹੁਣ ਬਾਈ जी ने एक गल कही सी भी वो बिहारी बाबू कौन आ? स्ट्रैटेजिस्ट, पोलिटिकल स्ट्रैटेजिस्ट कहता है वो आपदे आप नूं है भी भाई, जे सरकारां बनवा जांदे आ तां। प्रशांत किशोर है ना, हाँ प्रशांत किशोर, उन्होंने आइडिया दिता भी आह आइडिया जाके थ्रो करो, तो लोगों की मानसिकता या लोग तां इहो जिहे आ भी वो इस गल ते फड़े जाणगे ते कांग्रेस सरकार बना गई। हुण अगले जे कोई आके इहो जी गल फेर कर जाणगे, वो मुड़ के सानूं लगू भी इन्हां ने कुछ नहीं कीता, उधर नूं हो जाओ। सानूं वस्तु की तरह ट्रीट करते हैं, वरतते हैं, जिवें एक ऑब्जेक्ट, जिवें पानी की बोतल पई आ उत्थों चक के मैं इत्थे रखती, ऐ ट्रीट करते हैं। साडे कोले आपदी हक या आपदे हक हकूक की आवाज़ या असीं ये कहीए भी राजसी चेतना साडे च आ जाए, ये तां इन्हां बंदिआं दा कदे काम ही नहीं रहा। सो बड़ा कुछ आ करन नूं प्लेटफॉर्म क्रिएट करांगे, इकट्ठे होकर तुरन दा जिद्दां सारिआं च जज्बा आ गया, आपां शुरू कर दिंदे आ, छेती शुरू कर दिंदे आ कुछ ना कुछ, फिर अं जुड़ के गल्लां करते रहांगे जी। मेरे वालों बहुत सारा सत्कार ते प्यार जी, जिउंदे वास्ते रहो। वाहिगुरू जी का खालसा, वाहिगुरू जी की फतेह। जे सत श्री अकाल। ते जे कोई गलबात किसी ने कुछ गल पुछनी है तो आपां विचार कर सकते हैं जी, क्योंकि जदों ऐ बैठे हैं एक पासों बोल के वग जाइए, दूजे पासों कोई गल ही ना आवे तो ये भी गल जी सही नहीं हुंदी कोई भी। हाँ जी, हाँ जी, हाँ जी। वाहिगुरू जी का खालसा, वाहिगुरू जी खालसा, वाहिगुरू जी फतेह। दीप जी इस टाइम जो ना पंजाब के नौजवानों की स्थिति आ, सारिया पार्टियां डवाडोल, जिवें आप जी कहते हो बई आपां पहली गल सैक्टर होर साजा जा सकता, बड़ा समा मान साहब के नाल रहे। हाँ जी, हाँ जी। अज कुछ नवीं धिरां खड़ियां हुई, लोग अधिकार रहे तो चंगे मुंडे तुरे ਜਾਂ किमें भी ਆਪਾਂ करके, जे अज साडे कोल थोड़ी बहुती भी राजसी कोई ताकत आउंदी आ ते असीं जिवें पिछले समय दे विच सानूं थोड़े समय वास्ते लॉबी मिली सी ते असीं अपने दल खड़े कर लिया सी ते असीं मुड़ के जंगां जित्तियां बड़ियां भी इस तरह कोई आपां पावर लै के आपां खड़ जो कोई नौजवानों करिए, साडे जेल੍ਹਾਂ ਵਿੱਚੋਂ बाहर आउण। आपां ਇਹੋ ਜਿਹਾ कोई जिवें भाई साहब पहलां बोलदे ही सीगे भी सारे पंजाब दे विच ਵੱਡੀ ਗਿਣਤੀ ਵਿੱਚ ਲੋਕ ਆਪ ਜੀ ਨੂੰ ਮਿਲਣ ਵਾਸਤੇ ਜਾਂ ਤੁਰਨ ਵਾਸਤੇ ਅਸੀਂ ਕਪੂਰਥਲੇ ਤੋਂ ਤੁਹਾਡੇ ਨਾਲ ਗੱਲ ਹੋਈ ਸੀਗੀ। हाँ जी, हाँ जी। ਤੇ ਮੈਂ ਕਿਹਾ ਅਸੀਂ ਪਹੁੰਚਾਂਗੇ ਜ਼ਰੂਰ। ਤੇ ਤੁਰਨ ਵਾਸਤੇ ਦੁਨੀਆ ਤਿਆਰ ਬੈਠੀ ਆ, ਸਾਨੂੰ ਦੱਸੋ ਚੱਲਣਾ ਬਹੁਤ ਦਿਨ ਤਿਆਰ ਸੀ, ਪਰ ਨਹੀਂ ਅਸੀਂ ਕਿ ਆਪਾਂ ਕਪੂਰਥਲੇ ਦਾ ਸਮਾਂ ਬਣਾਵਾਂਗੇ। ਪਰ ਆਪਾਂ ਇਸ ਤਰ੍ਹਾਂ ਚਾਹੁੰਦੇ ਆ ਵੀ ਆਪਾਂ ਕੋਈ ਜ਼ਰੂਰ ਪਲੇਟਫਾਰਮ ਕਾਇਮ ਕਰੀਏ, ਆਪਾਂ ਪਹਿਲਾਂ ਆਪਣੇ ਪੈਰ ਤਾਂ ਖੜੇ ਕਰੀਏ ਨਾ। ਉਦੋਂ ਵੀ ਸਾਡੇ ਜਿਹੜੇ ਸਿਆਸੀ ਵੱਡੇ ਆਗੂ ਬੈਠੇ ਸੀ, ਦਰਬਾਰਾ ਸਿੰਘ ਵਰਗੇ, ਉਹਨਾਂ ਨਵਾਬੀ ਤੋਂ ਨਾ ਕੀਤੀ ਸੀ, पर खीर सरदार कपूर सिंह के सिर पर सज जाती वो लंबी विचार तो बाद पर उस समय साड़ी एडी कौम पावरफुल हुई तो असीं वो राज लागे पहुँचे भी इस तरह कोई सारे नौजवान जो चाहते हैं। मैं वो दर्जबंदी करके तुहानूं दसी आ, आप जी उत्ते कोई विचार करो। नहीं जी, गल तुहाडी ठीक आ, पर सानूं एक गल जरूर समझ लैनी चाहिए है, सब्ज बाग फिर नहीं आपां दिखा सकते। अज जे तुसी मान लो पंजाब दी एक खेतरी पार्टी वो पावर लै भी जाती है, जदों तक तुसी उस डिसेंट्रलाइजेशन ऑफ पावर लई नहीं लड़ते, क्योंकि देख लो जिहड़े साडे CM भी आ उन्हां दी पावर नगर निगम दे प्रधान जिन्नी आ, कोई पॉलिसी मेकिंग दी पावर नहीं। एक कानून बनाए जाते आ, संविधान कहता यह जिहड़ा खेती दे कानून बनाए जाते आ, संविधान ये कह रहा भी यह सूबे का अधिकार
ਸੈਂਟਰ ਸਰਕਾਰ ਕਾਨੂੰਨ ਬਣਾ ਦਿੰਦੀ ਆ, ਸਾਡੇ 117 ਦੇ 117 ਐਮਐਲਏ ਮਤਾ ਪਾ ਦਿੰਦੇ ਆ, ਉਹ ਮਤਾ ਇੱਕ ਕਾਗਜ਼ ਦਾ ਟੁਕੜਾ ਬਣ ਕੇ ਅੱਜ ਵੀ ਵਿਧਾਨ ਸਭਾ 'ਚ ਕਿਤੇ ਪਿਆ। ਦਿੱਲੀ ਸਰਕਾਰ ਨੇ ਜਾਂ ਸਾਡੇ ਇੱਥੋਂ ਦੇ ਗਵਰਨਰ ਨੇ, ਰਾਜਪਾਲ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਤੁਸੀਂ ਇਹ ਵੇਖੋ ਵੀ ਇਹਦਾ ਮਤਲਬ ਅਸੀਂ ਕਹਿ ਦਿੰਦੇ ਆ ਵੀ ਇਹ ਸੂਬਾ ਸਰਕਾਰ ਆ, ਇੱਥੇ ਸੂਬੇ ਵਾਲੇ ਸਾਡੇ ਬੰਦੇ ਆ ਜਿਹੜੇ ਅਸੀਂ ਆਪਦੇ ਮੰਤਰੀ ਜਾਂ ਚੀਫ ਮਿਨਿਸਟਰ ਬਣਾਏ ਬੈਠੇ ਆ, ਸਾਰੀਆਂ ਤਾਰਾਂ ਜਿਹੜੀਆਂ ਖਿੱਚੀਆਂ ਜਾਂਦੀਆਂ ਉਹ ਦਿੱਲੀ ਤੋਂ ਹੀ ਖਿੱਚੀਆਂ ਜਾਂਦੀਆਂ। ਸੋ ਇਸ ਕਰਕੇ ਉਹ ਮੈਂ ਤਾਂ ਹੀ ਕਿਹਾ ਆਪਾਂ ਲੜਾਂਗੇ, ਇਹ ਆਪਾਂ ਨੂੰ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਕੀ ਹੋਊ, ਇਹਦੇ ਨਾਲ ਸਾਡੇ ਜਿਹੜੇ ਸੰਘਰਸ਼ੀ ਬੰਦੇ ਆ ਉਹਨਾਂ ਦੀ ਕੋਈ ਪੈਰਵਾਈ ਤਾਂ ਕਰ ਸਕਦਾ ਨਾ। ਅੱਜ ਤਾਂ ਜਿਹੜੀਆਂ ਧਿਰਾਂ ਉਹ ਪੈਰਵਾਈ ਵੀ ਨਹੀਂ ਕਰ ਰਹੀਆਂ। ਸੋ ਹੋਰ ਬੜੀ ਤਰ੍ਹਾਂ ਦੀਆਂ ਰਿਆਇਤਾਂ ਮਿਲ ਸਕਦੀਆਂ, ਪਰ ਜੇ ਅਸੀਂ ਕਹੀਏ ਸਾਰਾ ਹੱਲ ਹੀ ਐਵੇਂ ਇਸ ਇੱਕ ਗੱਲ ਤੋਂ ਹੋ ਜਾਊਗਾ, ਸਾਰਾ ਹੱਲ ਇਸ ਗੱਲ ਤੋਂ ਨਹੀਂ ਹੋ ਸਕਦਾ। ਇਹ ਤਾਂ ਹੈ ਹੀ ਹੈ ਜੀ, ਇਹ ਤਾਂ ਸਾਰੇ ਜਿਹੜੇ ਪੁਰਾਣੇ ਸੰਘਰਸ਼ੀ ਇਸ ਗੱਲ ਅੱਖੀਂ ਹੰਡਿਆ ਹਰਾਇਆ ਹੋਇਆ ਸਾਡਾ। ਹਾਂਜੀ ਹਾਂਜੀ, ਵੀ ਇਹ ਦੀਦਾ ਹੀ ਆ ਵੀ ਇਦਾਂ ਹੱਲ ਹੋਣ ਵਾਲਾ ਨਹੀਂ ਹੈ। ਪਰ ਜੇ ਆਪਾਂ ਉਸ ਤਰੀਕੇ ਨਾਲ ਤੁਰਦੇ ਆ, ਆਪਣੇ ਆਪ ਭਾਈ ਆਪਣੇ ਰਾਜਪੁਰਾ ਸਿੰਘ ਨੂੰ ਫੜ ਕੇ ਬਿਨਾਂ ਗੱਲੋਂ ਅੰਦਰ ਦਿੱਤਾ ਹੋਇਆ। ਹਾਂਜੀ ਹਾਂਜੀ, ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਉਹਦੀ ਬੇਲ ਨਹੀਂ ਹੋ ਰਹੀ, ਜਦ ਕਿ ਹਾਲਾਂਕਿ ਕੋਲ ਵੀ ਕੱਖ ਨਹੀਂ ਸੀ। ਹਾਂਜੀ, ਨਹੀਂ ਉਹ ਹੁਣ ਪਰਵਾਨੇ ਬਾਈ ਦੀ ਵੀ ਮੈਂ ਗੱਲ ਕਰਦਾ, ਆਪਾਂ ਸਾਰੇ ਹੀ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਬੜਾ ਵਧੀਆ ਕੀਤਾ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ। 30 ਤਰੀਕ ਨੂੰ ਉਹਨਾਂ ਦਾ ਪਹਿਲਾਂ ਆਰਡਰ ਆਉਣਾ ਸੀ, ਆਰਡਰ ਰਿਜ਼ਰਵ ਸੀ, 30 ਨੂੰ ਆਰਡਰ ਆਇਆ ਨਹੀਂ, ਹੁਣ 4 ਤਰੀਕ ਪਾਤੀ ਆਰਡਰ ਰਿਜ਼ਰਵ ਆ ਬੇਲ ਦਾ, ਹਨਾ। ਪਰ ਗੱਲ ਇਹ ਦੇਖੋ ਵੀ ਕੋਈ ਕ੍ਰਾਈਮ ਨਹੀਂ, ਕੋਈ ਐਸਟੈਬਲਿਸ਼ ਕ੍ਰਾਈਮ ਨਹੀਂ। ਲਾਅ ਕੀ ਕਹਿੰਦਾ, ਕਿਤੇ ਕੋਈ ਕ੍ਰਾਈਮ ਕਮਿਟ ਹੁੰਦਾ ਤੇ ਉਹਦੀ ਫਿਰ ਜਾ ਕੇ FIR ਹੁੰਦੀ ਆ ਤੇ ਬੰਦੇ ਨੂੰ ਫਿਰ ਅਰੈਸਟ ਕੀਤਾ ਜਾਂਦਾ। ਕੋਈ ਐਸਟੈਬਲਿਸ਼ ਕ੍ਰਾਈਮ ਨਹੀਂ, ਕੰਪਲੇਨੈਂਟ ਨਹੀਂ, ਕੰਪਲੇਨੈਂਟ ਆਪ SHO ਬਣਿਆ ਖੜਾ। ਹੁਣ ਕਿਵੇਂ ਇਹ ਧੱਕੇ ਕਿਵੇਂ ਹੁੰਦੇ ਆ, ਤੇ ਸਾਡੇ 'ਚ ਕੀ ਕੁਛ ਪਾਈ ਜਾਂਦੀ ਆ ਗੱਲ ਵੀ ਫਲਾਨਾ ਬੰਦਾ ਚੰਗਾ ਨਹੀਂ, ਫਲਾਨਾ ਮਾੜਾ ਨਹੀਂ। ਅਸੀਂ ਆਪਦੀਆਂ ਬਿਰਤੀਆਂ ਵੀ ਉਵੇਂ ਹੀ ਘੜ ਲੈਂਦੇ ਆ, ਸਾਡੀ ਜਿਹੜੀ ਮਾਨਸਿਕਤਾ ਵੀ ਉਵੇਂ ਹੀ ਹੋ ਜਾਂਦੀ ਆ। ਪਰ ਜਿਹੜਾ ਬੰਦਾ ਅੱਜ ਜੇਲ੍ਹ 'ਚ ਬੈਠਾ, ਜਿਹਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ, ਉਹਨਾਂ ਦੇ ਘਰੋਂ ਫੋਨ, ਉਹਨਾਂ ਦੇ ਬੱਚਿਆਂ ਦੇ ਲੈਪਟਾਪ, ਆਨਲਾਈਨ ਕਲਾਸਿਸ ਵਾਲੇ ਹੋਰ ਬੜਾ ਸਮਾਨ ਚੱਕ ਕੇ ਲੈ ਗਏ ਤੇ ਐਂ ਕੰਧਾਂ ਤੱਕ ਫਰੋਲ ਗਏ, ਤੇ ਅਸੀਂ ਜੇ ਉਹਨਾਂ ਬੰਦਿਆਂ ਦਾ ਸਾਥ ਨਹੀਂ ਦੇਵਾਂਗੇ, ਪਹਿਲਾਂ ਤਾਂ ਇਹ ਜ਼ਰੂਰ ਆ ਵੀ ਸਾਨੂੰ 4 ਤਰੀਕ ਆ ਪਰਵਾਨੇ ਬਾਈ ਦੀ, ਸਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ 'ਚ ਬਹੁਤ ਪਾਵਰ ਅੱਜ ਦੀ ਡੇਟ 'ਚ, ਸਾਨੂੰ ਸਾਰਿਆਂ ਨੂੰ, ਮੇਰੇ ਕੋਲੇ ਹੁਣ ਮੇਰੇ ਫੇਸਬੁੱਕ ਤੇ ਪੋਸਟ ਨਹੀਂ ਪੈ ਰਹੀ, ਇੱਕ ਵਾਰੀ ਉਹ ਬੰਦ ਕਰਾਤਾ ਇਹਨਾਂ ਨੇ ਕੰਪਲੇਂਟਸ ਜਾਂ ਰਿਪੋਰਟਸ ਕਰਕੇ, ਤੇ ਉਹ ਮੈਂ ਅਪੀਲ ਕੀਤੀ ਆ ਫੇਸਬੁੱਕ ਨੂੰ, ਹੋ ਸਕਦਾ ਉਹ ਰਿਮੂਵ ਹੋ ਜੇ। ਪਰ ਸਾਨੂੰ ਸਾਰਿਆਂ ਨੂੰ ਪੋਸਟਾਂ ਪਾਉਣੀਆਂ ਚਾਹੀਦੀਆਂ, ਇੱਕ ਉਹਨਾਂ ਲਈ ਆਵਾਜ਼ ਉਠਾਉਣੀ ਚਾਹੀਦੀ ਆ। 4 ਤਰੀਕ ਨੂੰ ਉਹਨਾਂ ਦੀ ਬੇਲ ਆ, 3 ਤਰੀਕ ਨੂੰ ਮੈਨੂੰ ਐਂ ਲੱਗਦਾ ਸਾਨੂੰ ਸਾਰਿਆਂ ਨੂੰ ਪੋਸਟਾਂ ਪਾ ਕੇ ਇਹ ਕਹਿਣਾ ਚਾਹੀਦਾ ਵੀ ਇਹ ਬੇਕਸੂਰ ਆ ਜੀ, ਇਹਨਾਂ ਨੂੰ ਜ਼ਮਾਨਤ ਦਿਓ ਤੇ ਇਹਨਾਂ ਨੂੰ ਆਪਦੇ ਪਰਿਵਾਰ ਕੋਲੇ ਵਾਪਸ ਭੇਜੋ। ਤੇ ਭਾਈ ਤਲਵਾੜਾ ਸਿੰਘ ਜੀ ਬਾਰੇ ਕੀ ਹੋਇਆ, ਬਲਵਿੰਦਰ ਸਿੰਘ ਦਾ? ਹਾਂਜੀ, ਨਹੀਂ ਮੈਂ ਤੁਹਾਨੂੰ ਦੱਸਦਾ ਜੀ, ਹੁਣ ATM ਤਾਂ ਇੱਥੇ ਵੀ ਬਥੇਰੇ ਆਪਣੇ ਬੰਦੇ ਬੈਠੇ ਹੋਣੇ ਆ ਜਿਨ੍ਹਾਂ ਕੋਲੇ 4-4 ATM ਹੋਣੇ ਆ। ਇਹ ਕੋਈ ਗੁਨਾਹ ਕਿਸੇ ਕਿਤਾਬ 'ਚ ਲਿਖਿਆ ਕੋਈ ਗੁਨਾਹ ਨਹੀਂ ਜੀ, ਇਹ ਗੁਨਾਹ ਆਪਣੇ। ਔਰ ਅਗਲੀ ਗੱਲ ਪਤਾ ਇੱਕ ਹੋਰ ਆ, ਅਸੀਂ ਹਮੇਸ਼ਾ ਹੀ ਪੈਸੇ ਨੂੰ ਦੇਖਣ ਲੱਗ ਜਾਂਦੇ ਆ। ਪਹਿਲਾਂ ਸਾਡੇ ਖਾੜਕੂ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਸਾਡੇ ਕੌਮ ਦੇ ਹੀਰੇ ਆ ਕੋਈ ਦੁੱਖੀ ਦੇ ਬੰਦੇ ਆ ਕੇ ਅੱਜ ਉਹਨਾਂ ਤੇ ਦੂਸ਼ਣਬਾਜ਼ੀ ਕਰਦੇ ਆ ਵੀ ਵੇਖੋ ਜੀ ਇਹਨਾਂ ਨੇ ਰੋਪੜ ਵਾਲਾ ਫਾਰਮ ਬਣਾ ਲਿਆ, ਇਹਨਾਂ ਨੇ ਕੋਈ ਡਾਕੇ ਦਾ ਪੈਸਾ ਲੈ ਗਏ, ਐਂ ਕਰ ਲਏ। ਵੀ ਯਾਰ ਤੁਹਾਨੂੰ ਸਮਝ ਆ ਗੱਲ ਦੀ, ਤੁਹਾਡਾ ਪਹਿਲਾਂ ਔਕਾਤ ਆ ਇਹ ਗੱਲ ਪੁੱਛਣ ਦੀ। ਲਹਿਰਾਂ 'ਚ ਕੋਈ ਪੈਸਾ ਮਹਿਣੇ ਰੱਖਦਾ, ਉਹਨਾਂ ਲੜਾਈਆਂ 'ਚ ਪੈਸਾ ਮਹਿਣੇ ਰੱਖਦਾ, ਉੱਥੇ ਪਤਾ ਨਹੀਂ ਕਿੰਨੇ 100 ਕਰੋੜ ਕੀ ਕੁਛ ਹੋ ਜਾਂਦਾ, ਕੀ ਕੁਛ ਦਾਅ ਤੇ ਲੱਗਿਆ ਹੁੰਦਾ, ਕਿਹੜੇ ਫਾਰਮ ਤੇ ਕਿਹੜੇ ਪੈਸੇ ਤੇ ਕਿਹੜਾ ਡਾਕਾ। ਪਰ ਸਾਡੀ ਮਾਨਸਿਕਤਾ ਕੀ ਆ, ਅਸੀਂ ਫੇਰ ਚੈਨਲ ਜੇ ਵਾਲੇ ਉਹਦੇ ਕੋਲੇ ਜਾ ਕੇ ਪਹੁੰਚ ਜਾਂਦੇ ਆ, ਹਾਂਜੀ ਦੱਸੋ ਜੀ ਦੱਸੋ ਜੀ, ਤੇ ਮੁੜ ਕੇ ਸੁਣਨ ਵਾਲੇ ਵੀ ਉਹ ਕੱਢ ਸੁਣੀ ਜਾਂਦੇ ਰਹਿੰਦੇ ਆ। ਕੋਈ ਬੋਲਦਾ ਨਹੀਂ, ਕੋਈ ਕੌਮ 'ਚੋਂ ਬੰਦਾ ਨਹੀਂ ਬੋਲਦਾ ਉੱਠ ਕੇ, ਅਸੀਂ ਵੀ ਸੁਣੀ ਜਾਂਦੇ ਰਹਿੰਦੇ ਆ। ਨਹੀਂ, ਇਹਨਾਂ ਦੀ ਔਕਾਤ ਆ ਇਹੋ ਜਿਹਾ ਕੁਛ ਉਹਨਾਂ ਜਰਨੈਲਾਂ ਲਈ ਬੋਲਣ ਦੀ ਜਿਨ੍ਹਾਂ ਨੇ ਕੀ ਕੀ ਕੁਛ ਕੀਤਾ, ਸਾਨੂੰ ਸਾਰਿਆਂ ਨੂੰ ਪਤਾ। ਅੱਛਾ, ਫਿਰ ਜੇ ਕੋਈ ਬੰਦਾ ਬਚ ਗਿਆ, ਅਗੇ ਬਚ ਕਿਵੇਂ ਰਿਹਾ? ਇਹ ਮਰਿਆ ਕਿਉਂ ਨਹੀਂ? ਸਰਟੀਫਿਕੇਟ ਇਹ ਆ ਵੀ ਇਹ ਮਰਿਆ ਕਿਉਂ ਨਹੀਂ? ਜਿਹੜਾ ਉਹ ਬੋਲਦਾ ਜੀ ਉਹਨੂੰ ਕਦੇ ਇਹ ਪੁੱਛਿਆ ਕੀਤਾ ਸੀ ਮੈਂ ਜੀ ਤੂੰ ਕਿੱਦਾਂ ਬਚਿਆ?
हाँ जी, मैं ਉਹਨੂੰ ਮੈਸੇਜ ਕੀ ਕਰਕੇ ਪੁੱਛਿਆ ਸੀ ਜਿਹੜਾ ਸਟੇਜ ਤੇ ਬੋਲਦਾ ਬੈਠਾ ਉਹ नहीं बच जाते होंगे आ मैं ਉਹਨੂੰ ਪੁੱਛਿਆ जे बड़े बड़ा कुछ हो जाता हुंदा। मैं ਉਹਨੂੰ ਪੁੱਛਿਆ ਵੀ ਜੇ ਦਲਜੀਤ ਸਿੰਘ ਬਿੱਟੂ ਬਚ ਗਿਆ ਤੂੰ ਵੀ ਤਾਂ ਬਚ ਗਿਆ, ਤੂੰ ਤਾਂ ਬੋਲਦਾ ਹੀ ਆ ਨਾ। ਸੋ ਗੱਲ ਉਹੀ ਗੱਲ ਆ ਨਾ, ਬੜਾ ਕੁਝ ਹੋ ਜਾਂਦਾ। ਤੇ ਇਹਨਾਂ ਗੱਲਾਂ ਨੂੰ ਜੇ ਅਸੀਂ ਐਂ ਸਮਝਣ ਲੱਗ ਗਏ, ਸਾਡੀ ਮਾਨਸਿਕਤਾ ਕਿੱਥੇ ਚਲੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਬਸੰਤ ਸਿੰਘ ਹੈ ਜੀ, ਮੈਂ ਮੋਗੇ ਜ਼ਿਲ੍ਹੇ ਤੋਂ ਆਇਆ। ਸੋ ਜਿੱਦਾਂ ਤੁਸੀਂ ਗੱਲ ਕੀਤੀ ਸੀ ਧਾਰਮਿਕ ਖੇਤਰ ਤੇ ਰਾਜਨੀਤੀ ਖੇਤਰ ਦੇ ਵਿੱਚ, ਅੱਜ ਆਪਣੀ ਸਿਚੁਏਸ਼ਨ ਇਹ ਆ ਵੀ ਜੇਕਰ ਕਿਸਾਨ ਮੋਰਚਾ ਵੀ ਬਾਈਕਾਟ ਕਰਦਾ ਚੋਣਾਂ ਦਾ, ਜਾਂ ਆਪਾਂ ਵੀ ਉਹਦੇ ਵਿੱਚ ਹਿੱਸਾ ਲੈਂਦੇ ਹਾਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਪਾਰਟੀਆਂ, ਜਿਵੇਂ ਪੀਪਲ ਪਾਰਟੀ ਆਫ ਪੰਜਾਬ, ਕਾਫੀ ਪਾਰਟੀਆਂ ਆਈਆਂ ਸੀ, ਉਹ ਸਮੇਂ ਰਹਿੰਦੇ ਹੀ ਆਪਣੇ ਸਾਹਮਣੇ ਹੀ ਖਤਮ ਹੋ ਗਈਆਂ। ਤੇ ਜਿਹੜੀਆਂ ਮੇਨ ਧਿਰਾਂ ਤਿੰਨ ਉਹ ਪੰਜਾਬ ਦੇ ਵਿੱਚ ਹੈਗੀਆਂ। ਹਾਂਜੀ, ਜੇਕਰ ਅੱਜ ਆਪਾਂ ਇਹ ਸਟੈਂਡ ਲੈਂਦੇ ਵੀ ਅਸੀਂ ਵੀ ਇਲੈਕਸ਼ਨ ਲੜਦੇ ਹਾਂ ਤੇ ਆਪਣਾ ਵੀ ਹਾਲ ਕਿਤੇ ਨਾ ਕਿਤੇ ਉਹ ਪਾਰਟੀਆਂ ਵਾਲੇ ਹੋ ਜਾਣਾ ਜਿੱਥੇ ਦੀਪ ਸਿੱਧੂ ਅੱਜ 100% ਆ। ਤੇ ਜੇਕਰ ਇਹ ਸਟੈਂਡ ਲੈਂਦੇ ਆ ਰਾਜਨੀਤੀ ਵਾਲਾ, ਕਿਉਂਕਿ ਹਜੇ ਪੂਰਾ ਪੰਜਾਬ ਤੁਹਾਡੇ ਮੂੰਹ ਵੱਲ ਦੇਖ ਰਿਹਾ ਜੀ, ਜੇ ਆਪਾਂ ਰਾਜਨੀਤੀ ਵਾਲਾ ਹੁਣ ਫੈਸਲਾ ਲੈਂਦੇ ਆ ਫਿਰ ਵੋਟ ਡਿਵਰਟ ਹੋ ਜਾਣੀ ਆ, ਤਿੰਨਾਂ ਚੀਜ਼ਾਂ 'ਚ ਬਦਲ ਜਾਣੀ ਆ, ਤੇ ਆਪਾਂ ਕਿਤੇ ਨਾ ਕਿਤੇ ਉਸ ਵਹਿਣ ਦੇ ਵਿੱਚ ਹੀ ਰਹਿ ਜਾਣਾ ਜਿਹੜੀਆਂ ਪਹਿਲੀਆਂ ਪਾਰਟੀਆਂ ਹੋਈਆਂ ਸੀ। ਕੀ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਫਿਰ ਵੀ ਫੈਸਲਾ ਲਓਗੇ ਕਿ ਅਸੀਂ ਇੱਕ ਇਲੈਕਸ਼ਨ ਲੜਨਾ, ਜਦੋਂ ਕਿ ਤੁਹਾਨੂੰ ਆਇਆਂ ਨੂੰ ਵੀ 2-3 ਮਹੀਨੇ ਹੋਏ ਆ ਬਾਹਰ ਆਇਆਂ ਨੂੰ, ਤੇ ਹਜੇ ਜੇ ਆਪਾਂ 5 ਸਾਲ ਆਪਾਂ ਇਸ ਚੀਜ਼ ਤੇ ਵਰਕ ਕਰ ਲਈਏ, ਤੇ ਜਾਂ ਜਿਹੜੀ ਆਪਾਂ ਇੱਥੋਂ ਜਥੇਬੰਦੀ ਕੱਢਦੇ ਆ, ਆਪਾਂ ਜਥੇਬੰਦੀ ਵਾਸਤੇ ਮੇਨ ਇੱਥੇ ਇਕੱਠੇ ਹੋਏ ਸੀ, ਨਾ ਕਿ ਕਿਸੇ ਪਾਰਟੀ ਵਾਸਤੇ। ਹਾਂਜੀ ਹਾਂਜੀ, ਠੀਕ ਹੈ ਜੀ। ਜੇ ਉਹ ਜਥੇਬੰਦੀ ਪੰਜਾਬ ਦੇ ਵਿੱਚ ਚੰਗੇ ਕੰਮ ਕਰਦੀ, ਕਿਉਂਕਿ ਜਿਹੜੀ ਜਥੇਬੰਦੀ ਆ ਉਹਦਾ ਵਜੂਦ ਸਾਰਾ ਪੰਜਾਬ ਹੁੰਦਾ। ਜੇ ਆਪਾਂ ਇੱਕ ਪਾਰਟੀ ਸਿਰ 'ਚ ਲਵਾਂਗੇ ਤਾਂ ਆਪਾਂ ਬਹੁਤ ਸਾਰੇ ਲੋਕਾਂ ਨਾਲੋਂ ਟੁੱਟ ਜਾਵਾਂਗੇ। ਇਸ ਕਰਕੇ ਬਾਈ ਜੀ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਵੀ ਹਜੇ ਕੋਈ ਜਲਦਬਾਜ਼ੀ ਦੇ ਵਿੱਚ ਫੈਸਲਾ ਨਾ ਲਿਓ। ਜੇ ਤੁਹਾਡੀ ਕੋਈ ਰਾਏ ਆ ਤੇ ਉਹ ਜ਼ਰੂਰ ਦੱਸੋ। ਨਹੀਂ, ਗੱਲ ਸਹੀ ਹੈ ਜੀ ਤੁਹਾਡੀ। ਗੱਲ ਆਏ ਆ, ਇਹ ਗੱਲਾਂ ਹੀ ਬੈਠ ਕੇ ਇਹਦੇ ਤੇ ਬ੍ਰੇਨਸਟਾਰਮਿੰਗ ਹੋਣੀ ਚਾਹੀਦੀ ਹੈ, ਹੈ ਨਾ। ਇਹਨਾਂ ਗੱਲਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ। ਕੋਈ ਖਾਸ ਮੌਕੇ ਹੁੰਦੇ ਆ, ਇੱਕ ਰਾਜਸੀ ਚੇਤਨਾ ਜੋ ਪਹਿਲਾਂ ਸੀ ਉਹ ਤੋਂ ਬੜੀ ਉੱਤੇ ਫਿਰਦੇ ਆ ਅਸੀਂ। ਪਿਛਲੀਆਂ ਵੋਟਾਂ ਵੇਲੇ ਜਾਂ ਪਿਛਲੇ ਉਹਨਾਂ ਸੰਘਰਸ਼ਾਂ ਵੇਲੇ ਕਿਸਾਨੀ ਸੰਘਰਸ਼ ਨੇ ਇੱਕ ਗੱਲ ਤਾਂ ਜ਼ਰੂਰ ਕੀਤੀ ਹੈ ਨਾ, ਵੀ ਆਪਣੇ ਲੋਕਾਂ ਨੂੰ, ਜਿਵੇਂ ਅੱਜ ਆਪਾਂ ਬੈਠ ਕੇ ਇੱਥੇ ਗੱਲਬਾਤ ਕਰ ਰਹੇ ਹਾਂ, ਇੱਕ ਚੇਤਨਾ ਦਾ ਪੱਧਰ ਤਾਂ ਉੱਚਾ ਗਿਆ ਸਾਡਾ। ਅਸੀਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਕਲਾਸ ਆ, ਉਹਨਾਂ ਦੇ ਚਿਹਰੇ ਵੀ ਬੇਨਕਾਬ ਹੋਏ ਆ, ਜਮਾਂ ਹੀ ਬੇਨਕਾਬ ਹੋਏ ਆ। ਫਿਰ ਸਾਡੇ ਉਹ ਬੰਦੇ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਪਿੱਠ ਤੇ ਛੁਰਾ ਹੀ ਮਾਰਿਆ, ਉਹ ਵੀ ਬੇਨਕਾਬ ਹੋਏ ਆ। ਪਰ ਹੁਣ ਜੇ ਅਸੀਂ ਕੋਈ ਕਾਹਲੀ ਕਰ ਲਈ, ਮੰਨ ਲਓ ਅਸੀਂ ਇਹ ਕਹਿ ਦਈਏ ਵੀ ਅਸੀਂ ਕੋਈ ਆਪਾਂ ਧਿਰ ਬਣਾਈਏ ਤੇ 117 ਸੀਟਾਂ ਲੜ ਲਈਏ, ਇਹ ਤਾਂ ਕੱਚੀ ਕਣਕ ਵੱਢਣ ਵਾਲੀ ਗੱਲ ਆ। ਤਾਂ ਕੁਝ ਨਹੀਂ, ਫਿਰ ਕੁਝ ਨਹੀਂ ਬਣਨਾ, ਉਹੀ ਹਸ਼ਰ ਹੋ ਜੋ ਪਹਿਲਾਂ ਕਿਸੇ ਦਾ ਹੋਇਆ। ਸੋ ਆਉਣ ਵਾਲੀ ਸਾਡੀ ਰਣਨੀਤੀ ਕੀ ਹੋਵੇ, ਸਾਨੂੰ ਕਿਵੇਂ ਵਿਚਰਨਾ ਚਾਹੀਦਾ, ਤੇ ਮੇਨ ਸਟ੍ਰੀਮ ਪੋਲਿਟਿਕਸ 'ਚ ਸਾਡੀ ਸਪੇਸ ਕਿਵੇਂ ਕ੍ਰੀਏਟ ਕਰਨੀ ਚਾਹੀਦੀ ਹੈ। ਦੇਖੋ, ਇੱਕ ਰਿਸਪੌਂਸਿਬਿਲਿਟੀ ਸਾਡੇ ਤੇ ਇਹ ਵੀ ਹੈ ਨਾ ਵੀ ਅਸੀਂ ਆਪਦੀ ਸਪੇਸ ਤਾਂ ਕ੍ਰੀਏਟ ਕਰਾਂਗੇ। ਤੁਹਾਨੂੰ ਸਟੇਟ ਨੇ ਤੇ ਇਹਨਾਂ ਧਿਰਾਂ ਨੇ ਸਪੇਸ ਦੇਣੀ ਨਹੀਂ, ਤੇ ਤੁਸੀਂ ਆਪਦੀ ਸਪੇਸ ਕ੍ਰੀਏਟ ਕਰਨੀ ਹੈ। ਇਹ ਵੀ ਤਾਂ ਇੱਕ ਲੜਾਈ ਹੈ ਨਾ। ਸੋ ਸਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਸੋਚ ਕੇ ਹੀ ਕੋਈ ਨਾ ਕੋਈ ਡਿਸੀਜਨ ਦੇਣਾ ਪਊਗਾ। ਇਹ ਗੱਲ ਤੁਹਾਡੀ ਵਾਜਬ ਹੈ। ਹਾਂਜੀ, ਦੀਪ ਸਿੱਧੂ ਜੀ, ਪਹਿਲਾਂ ਤਾਂ ਸਾਰੀ ਸੰਗਤ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਤੁਸੀਂ ਸਾਰਿਆਂ ਨੇ ਬੜੀਆਂ ਵਧੀਆ ਗੱਲਾਂ ਕਰੀਆਂ ਨੇ, ਰਾਜਨੀਤੀ ਵਾਲੀਆਂ ਗੱਲਾਂ ਵੀ ਕਰੀਆਂ ਨੇ, ਪਰ ਮੈਂ 5 ਸਾਲ ਰਾਜਨੀਤੀ ਵਾਲੇ ਪਾਸੇ ਵੀ ਰਿਹਾ, ਮਾਰਕੀਟ ਆਪਣੇ ਬਲਾਕ ਸਮਿਤੀ ਚੇਅਰਮੈਨ ਰਿਹਾ ਧੂਰੀ ਦਾ, ਹਾਂਜੀ, ਸਾਬਕਾ ਚੇਅਰਮੈਨ ਅਕਾਲੀ ਦਲ ਟਾਈਮ। ਪਰ ਮੈਂ ਉਹ ਕੰਮ ਮੈਂ ਉਦੋਂ ਨਹੀਂ ਕਰ ਸਕਿਆ ਜਿਹੜੇ ਮੈਂ ਹੁਣ ਬਿਨਾਂ ਪਾਵਰ ਤੋਂ, ਹਾਲਾਂਕਿ ਹੁਣ ਧੂਰੀ 'ਚ MLA ਵੀ ਮੇਰੇ ਐਂਟੀ ਆ, ਸਾਰਾ ਸਿਸਟਮ ਮੇਰੇ ਐਂਟੀ ਆ। ਜੇ ਤੁਸੀਂ ਲੜਨ ਦੀ ਤਾਕਤ ਰੱਖਦੇ ਹੋ ਤਾਂ ਪਹਿਲਾਂ ਸਟਾਰਟ ਮੰਨ ਲਓ ਤੁਸੀਂ ਥੱਲੇ ਤੋਂ ਕਰੋ, ਤੁਸੀਂ ਆਪਣੇ ਹੱਕਾਂ ਤੇ ਲੜਨਾ ਸਿੱਖੋ। ਮੇਰੇ ਧੂਰੀ ਦੇ ਲੋਕ ਬੈਠੇ ਨੇ ਇੱਥੇ ਖਾਸੇ, ਅਸੀਂ ਸ਼ੂਗਰ ਮਿਲ 'ਚ ਲੜਾਈ ਲੜੀ ਆ ਜਿਹਨੇ ਸਾਡੀ 127 ਕਰੋੜ ਰੁਪਈਆ ਦੱਬ ਲਿਆ ਸੀ ਕਿਸਾਨਾਂ ਦਾ। ਹਾਂਜੀ, 127 ਕਰੋੜ ਰੁਪਈਆ ਦੱਬਿਆ। ਅਸੀਂ ਉਹਨਾਂ ਦੀਆਂ ਬੜੀਆਂ ਮਿੰਨਤਾਂ ਤਰਲੇ ਕਰੇ। SDM ਸਾਹਿਬ ਦੇ ਇੱਕ ਦਿਨ ਮੀਟਿੰਗ ਹੋ ਗਈ, ਜਿਹੜਾ ਉਹਨਾਂ ਦਾ ਮਾਲਕ ਸੀ
ਉਹਨੇ ਆ ਕੇ ਇੰਨੀ ਗੱਲ ਕਹਿਤੀ, ਕਹਿੰਦਾ ਤੁਸੀਂ 127 ਕਰੋੜ ਦੀ ਗੱਲ ਕਰਦੇ ਹੋ ਵੀ ਮੇਰੇ ਕੋਲੇ 2 ਲੱਖ ਰੁਪਈਆ ਵੀ ਤੁਹਾਨੂੰ ਦੇਣ ਨੂੰ ਹੈ ਨਹੀਂ। ਹਾਂਜੀ। ਮੈਂ ਉੱਥੋਂ ਹਰਕ ਕੇ ਸਾਰੀ ਮੰਨ ਲਓ ਜਿਹੜੀ ਸਾਡੀ ਟੀਮ ਸੀ, ਮੈਂ ਹਰਕ ਕੇ ਬਾਹਰੇ ਆ ਗਿਆ। ਮੈਂ ਕਿਹਾ ਯਾਰ ਇਹ ਤੋਂ ਭੀਖ ਮੰਗਦੇ ਆਪਾਂ, ਇਹ ਤਾਂ ਆਪਾਂ ਨੂੰ ਐਵੇਂ ਕਹਿੰਦਾ ਵੀ 2 ਲੱਖ ਜਿਵੇਂ ਨੇ ਇਹ ਤੋਂ ਆਪਾਂ ਭੀਖ ਮੰਗਦੇ ਹੋਈਏ। ਮੈਂ ਉੱਠ ਕੇ ਬਾਹਰੇ ਆ ਗਿਆ, ਸਾਰੀ ਸਾਡੀ ਟੀਮ ਬਾਹਰੇ ਆ ਗਈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਤਾਂ ਲੜਾਈ ਲੜਾਂਗੇ। ਅਸੀਂ ਜਾ ਕੇ ਬੱਬਰਪੁਰ ਨਹਿਰ ਦੀ ਪੁਲਾਂ ਤੇ ਬਹਿ ਗਏ ਜੀ। ਹਾਂਜੀ। ਤੀਜੇ ਦਿਨ ਧਰਨਾ ਚਲਿਆ ਗਿਆ ਤਾਂ ਉੱਥੇ ਰਾਜਸੀ ਪਾਰਟੀਆਂ ਹੋਰ ਸਾਰਾ ਸਿਸਟਮ ਸਾਡੇ ਪਿੱਛੇ ਲੱਗ ਲਿਆ। ਐਸਡੀਐਮ ਮਿੰਨਤਾਂ ਕਰਨ ਲੱਗ ਗਿਆ। ਅਸੀਂ ਉਹਨੂੰ ਕਿਹਾ, ਮੈਂ ਕਿਹਾ ਜੀ ਇਹ ਫੈਸਲਾ ਪੇਮੈਂਟ ਤੋਂ ਬਿਨਾਂ ਇਹ ਮਸਲਾ ਹੱਲ ਹੀ ਨਹੀਂ ਹੋਣਾ, ਸਾਨੂੰ ਜਿਵੇਂ ਦੀ ਲੜਾਈ ਲੜਨੀ ਪਈ ਉਵੇਂ ਲੜਾਂਗੇ। ਹੋਇਆ ਕੀ ਜੀ, 6ਵੇਂ ਦਿਨ ਜਾ ਕੇ ਸਾਡਾ ਸਮਝੌਤਾ ਹੋ ਗਿਆ। ਜਿਹੜਾ ਸਾਨੂੰ ਕਹਿੰਦਾ ਸੀ ਵੀ 2 ਲੱਖ ਵੀ ਨਹੀਂ ਦੇਣ ਨੂੰ, ਉਹ 1.5 ਕਰੋੜ ਰੁਪਈਆ ਰੋਜ਼ ਦਾ ਪਾਉਣ ਲੱਗ ਗਿਆ। 15 ਦਿਨ ਉਹਨੇ 1.5 ਕਰੋੜ ਰੁਪਈਆ ਰੋਜ਼ ਦਾ ਪਾਇਆ, ਫੇਰ ਪੇਮੈਂਟ ਬੰਦ ਕਰੀ। ਹਾਂਜੀ। ਅਸੀਂ ਡੀਸੀ ਸਾਹਿਬ ਦੇ ਆਫਿਸ ਆ ਗਏ, ਡੀਸੀ ਸਾਹਿਬ ਦੇ ਦਫ਼ਤਰ ਦੇ ਅੰਦਰ ਬਹਿ ਗਏ। ਮੈਂ ਤੁਹਾਨੂੰ ਐਵੇਂ ਦੱਸਦਾ ਵੀ ਲੜਨਾ ਸਿੱਖੋ, ਲੜੇ ਤੋਂ ਸਾਰਾ ਕੁਝ ਮਿਲਦਾ, ਜੇ ਤੁਸੀਂ ਡਰੋਗੇ ਤਾਂ ਕੁਝ ਨਹੀਂ। ਡੀਸੀ ਸਾਹਿਬ ਦੇ ਆਫਿਸ ਦੇ ਅੰਦਰ ਬਹਿ ਗਏ, ਡੀਸੀ ਸਾਹਿਬ ਉੱਠ ਕੇ ਬਾਹਰੇ ਚਲੇ ਗਏ, ਭੱਜ ਗਏ, ਮੰਨ ਲਓ ਉਹਨਾਂ ਨੂੰ ਫੋਰਸ ਭਜਾ ਕੇ ਲੈ ਗਈ। ਅਸੀਂ ਉੱਥੇ ਰਹੇ। ਰਾਤ ਨੂੰ ਸਾਡਾ 10 ਵਜੇ ਫੇਰ ਸਮਝੌਤਾ ਹੋਇਆ। ਵਿੱਚ ਜਿਹੜੇ ਆਪਣੇ ਨਾਲ ਡਰੂ ਵਰਕਰ ਵੀ ਹੁੰਦੇ ਨੇ, ਉਹਨਾਂ ਨੇ ਫੋਰਸ ਦੇਖੀ, ਡੀਸੀ ਆਫਿਸ ਨੂੰ ਪੁਲਿਸ ਸੋਣੀ ਦੇ ਵਿੱਚ ਤਬਦੀਲ ਕਰਤਾ। ਅਸੀਂ 20 ਜਾਣੇ, ਪੁਲਿਸ ਉੱਥੇ ਹਜ਼ਾਰਾਂ ਦੀ ਗਿਣਤੀ 'ਚ। ਪਰ ਉੱਥੇ ਫੇਰ ਸੋਡੀ ਜਿੱਤ ਹੋਈ। ਫੇਰ ਸਾਨੂੰ 25 ਕਰੋੜ ਰੁਪਈਆ ਉਹਨਾਂ ਨੇ ਉੱਥੇ ਬੈਠਿਆਂ ਤੋਂ ਪਾਇਆ। ਐਵੇਂ ਐਵੇਂ ਕਰਕੇ 9.5 ਕਰੋੜ ਰੁਪਈਆ ਇੱਕ ਸਰਕਾਰ ਨੇ ਅਨਾਉਂਸ ਕੀਤਾ ਸੀ। ਠੀਕ ਹੈ ਜੀ। 25 ਰੁਪਏ ਉਹਦੇ ਵੀ ਮੰਨ ਲਓ ਕਿਸਾਨੀ ਨਾਲ ਇੱਕ ਧੋਖਾ ਕਰਿਆ ਸੀ ਵੀ 25 ਰੁਪਏ ਬੋਨਸ ਦੇਦਾ ਕਿਸਾਨ ਨੂੰ। ਉਹ ਕਿਸਾਨ ਨੂੰ ਨਹੀਂ ਸੀ ਦਿੱਤਾ, ਇਹ ਗੰਨੇ ਦੀ ਗੱਲ ਕਰ ਰਿਹਾ ਮੈਂ। ਉਹ ਦਿੱਤਾ ਸੀ ਸ਼ੂਗਰ ਮਿਲ ਵਾਲੀਆਂ ਫੈਕਟਰੀਆਂ ਨੂੰ। ਠੀਕ ਹੈ ਜੀ। ਸ਼ੂਗਰ ਮਿਲ ਨੇ ਸਾਡੇ 25 ਰੁਪਏ ਕੱਟ ਕੇ ਸਾਨੂੰ ਪੇਮੈਂਟ ਦੇ ਦਿੱਤੀ। 900 ਹੋਇਆ ਬੋਨਸ ਕਿਸਾਨ ਵਾਸਤੇ, ਪਰ ਮਿਲ ਨੇ 310 ਚੋਂ 25 ਰੁਪਏ ਕੱਟ ਕੇ ਸਾਨੂੰ ਪੇਮੈਂਟ ਕਰਤੀ। ਉਹ ਜਿਹੜਾ ਮੈਂ 9.5 ਕਰੋੜ ਦੀ ਗੱਲ ਕਰਦਾ, ਉਹ ਵੀ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਕਿਵੇਂ ਲਿਆ। ਉਹ ਅਸੀਂ ਜਿਹੜਾ ਕਾਂਗਰਸ ਦਾ ਐਮਪੀ ਇਲੈਕਸ਼ਨ 'ਚ ਖੜਾ ਹੋਇਆ ਸੀ, ਉਹਨੂੰ ਆ 5-7 ਪਿੰਡਾਂ 'ਚੋਂ ਭਜਾਇਆ। ਅਸੀਂ ਬੋਲਣ ਨਹੀਂ ਦਿੱਤਾ, ਉਹਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ। ਰਾਤ ਨੂੰ 9.5 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ 'ਚ ਪਾਇਆ। ਹਾਂਜੀ। ਹੁਣ ਤੁਹਾਨੂੰ ਮੈਂ ਨੇੜੇ ਦੀ ਗੱਲ ਦੱਸਦਾ। ਇੱਕ ਪਟਵਾਰੀਆਂ ਦੀ ਸਟ੍ਰਾਈਕ ਚੱਲਦੀ ਆ। ਜਿਹੜੇ ਪਟਵਾਰੀਆਂ ਕੋਲੇ ਵਾਧੂ ਚਾਰਜ ਸੀਗਾ, ਉਹਨਾਂ ਨੇ ਪਿੰਡਾਂ ਦਾ ਵਾਧੂ ਚਾਰਜ ਛੱਡਤਾ ਵੀ ਨਵੇਂ ਮੁੰਡੇ ਭਰਤੀ ਕਰੋ, ਅਸੀਂ ਵਾਧੂ ਕੰਮ ਨਹੀਂ ਕਰ ਸਕਦੇ। ਜਿਹਦੇ ਵਿੱਚ ਮੇਰੇ ਧੂਰੀ ਦੇ 58 ਪਿੰਡ ਆ ਗਏ ਜਿੱਥੇ ਕੋਈ ਪਟਵਾਰੀ ਨਹੀਂ ਹੈਗਾ। ਉਹ ਪਟਵਾਰੀ ਨਾ ਹੋਣ ਦੀ ਮਤਲਬ ਨੌਬਤ ਕੀ ਆਈ। ਪਹਿਲਾਂ ਤਾਂ ਸਰਕਾਰਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਜੇ ਕਿਤੇ ਆਸ ਬਣਦੀ ਆ ਤਾਂ ਇੱਕ ਸਰਟੀਫਿਕੇਟ ਬਣਦੇ ਨੇ ਆਪਣੇ, ਜਿਹੜਾ ਕਾਸਟ ਸਰਟੀਫਿਕੇਟ ਆ ਤੇ ਆਪਣਾ ਰਹਿਸੀ ਸਰਟੀਫਿਕੇਟ ਆ। ਇਹਨਾਂ ਨੇ ਉਹ ਮਤਲਬ ਪੋਸਟ ਜਦੋਂ ਤੁਸੀਂ ਭਰਨੀ ਆ ਉਹਦੇ 'ਚ ਜ਼ਰੂਰੀ ਕਰਤਾ। ਉਹ ਜਦੋਂ ਮਤਲਬ ਤਸਦੀਕ ਨਹੀਂ ਕਰਦਾ ਪਟਵਾਰੀ, ਉਹ ਸਰਟੀਫਿਕੇਟ ਨਹੀਂ ਬਣਦਾ ਜੀ। ਠੀਕ ਹੈ ਜੀ। ਕੋਈ ਨਹੀਂ ਤੁਹਾਨੂੰ ਮੈਂ ਲੜਨ ਵਾਲੀ ਗੱਲ ਦੱਸਦਾ ਵੀ ਤੁਸੀਂ ਵੀ ਲੜਨਾ ਸਿੱਖੋ ਯਾਰ, ਲੜੋ। ਤੁਹਾਨੂੰ ਸਾਡੀ 1 ਮਿੰਟ ਦੀ ਗੱਲ ਖਤਮ ਕਰਨ ਲੱਗਿਆ। ਸਰਟੀਫਿਕੇਟ ਵਾਲੀ ਜਿਹੜੀ ਗੱਲ ਸੀ, ਅਸੀਂ ਐਸਡੀਐਮ ਸਾਹਿਬ ਕੋਲੇ ਕਿਹਾ ਵੀ ਬੱਚੇ ਮੈਡਮ ਸਰਟੀਫਿਕੇਟ ਕਰੀਓ ਤੁਰੇ ਫਿਰਦੇ ਨੇ, ਵੀ ਇਹਨਾਂ ਦਾ ਹੱਲ ਲੱਭੋ ਜੀ ਕੋਈ। ਮੈਡਮ ਸਾਨੂੰ ਕਹਿੰਦੇ ਵੀ ਅਸੀਂ ਮਤਲਬ ਮੇਰੇ ਕੋਲੇ ਕੋਈ ਹੱਲ ਹੀ ਨਹੀਂ, ਡੀਸੀ ਸਾਹਿਬ ਕੋਲੇ ਵਗ ਜਾਓ। ਮੈਂ ਧੂਰੀ ਦੀ ਗੱਲ ਦੱਸਦਾ ਜੀ, ਅੱਜ ਤੋਂ 10 ਦਿਨ ਪਹਿਲਾਂ ਦੀ। ਹਾਂਜੀ ਹਾਂਜੀ। ਅਸੀਂ ਮੈਡਮ ਨੂੰ ਕਿਹਾ ਅਸੀਂ ਡੀਸੀ ਸਾਹਿਬ ਤੇ ਨਹੀਂ ਜੀ ਜਾਣਾ, ਤੁਸੀਂ ਮੰਨ ਲਓ ਧੂਰੀ ਦੇ ਮਾਲਕ ਹੋ, ਇਹਨੂੰ ਦਫ਼ਤਰ ਨੂੰ ਜਿੰਦਾ ਲਾ ਦਿਓ, ਅਸੀਂ ਡੀਸੀ ਆਫਿਸ ਵਗ ਜਾਾਂਗੇ। ਅਸੀਂ ਕੱਲ ਨੂੰ 11 ਵਜੇ ਬੱਚੇ ਲੈ ਕੇ ਉਰੇ ਆ ਜਾਾਂਗੇ, ਸਾਡਾ ਹੱਲ ਕਰ ਦਿਓ। ਅਸੀਂ ਦੂਜੇ ਦਿਨ ਬੱਚੇ ਲੈ ਕੇ ਉੱਥੇ ਵਗ ਗਏ, ਐਸਡੀਐਮ ਉੱਠ ਕੇ ਭੱਜ ਗਏ। ਤਹਿਸੀਲਦਾਰ ਅਸੀਂ ਘੇਰ ਲਿਆ, ਉਹਨੂੰ ਕੁੰਡਾ ਲਾ ਲਿਆ। 2 ਘੰਟਿਆਂ ਦੇ ਵਿੱਚ ਸਰਟੀਫਿਕੇਟ ਬਣ ਕੇ ਆਪਣੇ ਸਾਰੇ ਜ਼ਿਲ੍ਹੇ ਦੇ ਬਣੇ ਨੇ, ਜਿਹੜੇ ਕਹਿੰਦੇ ਤੇ ਵੀ ਇਹ ਕੁਝ ਹੁੰਦਾ ਨਹੀਂ। ਜਿਹੜੀ ਇਲੈਕਸ਼ਨ ਤੋਂ ਬਿਨਾਂ ਵੀ ਤੁਸੀਂ ਲੜਨਾ ਸਿੱਖੋ। ਸੋ ਮੇਰੀ ਸਾਰਿਆਂ ਨੂੰ ਜੇ ਮੈਥੋਂ ਕੋਈ ਗਲਤ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ, ਜੇ ਮੈਂ ਜ਼ਿਆਦਾ ਸਮਾਂ ਲੈ ਗਿਆ ਤਾਂ ਵੀ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਤਾਂ ਬਹੁਤ ਵਧੀਆ ਕਿ ਆਪਾਂ ਸੰਵਾਦ ਕਰ ਰਹੇ ਹਾਂ
ਇਹਦੇ ਵਿੱਚੋਂ ਹੀ ਸਾਰਾ ਕੁਝ ਨਿਕਲਦਾ ਹੈ। ਜਿੰਨਾ ਚਿਰ ਲੀਡਰ ਦੇ ਵਿੱਚ ਜਿਹਨੂੰ ਅਸੀਂ ਮੰਨ ਲਈਏ ਵੀ ਇਹ ਸਾਡਾ ਲੀਡਰ ਹੈ, ਉਹ 'ਚ ਕੈਪੈਸਿਟੀ ਨਾ ਹੋਏ ਕਿ ਸਾਹਮਣੇ ਵਾਲੇ ਦੀ ਗੱਲ ਸੁਣਨ ਲਈ ਤਿਆਰ ਨਾ ਹੋਵੇ, ਇਹ ਕੰਮ ਆਪਾਂ ਨਿਰੰਤਰ ਜਾਰੀ ਰੱਖਣਾ ਕਿ ਇੱਕ ਮੈਕ ਤੁਹਾਡੇ ਬੋਲਣ ਤੋਂ ਬਾਅਦ ਸਾਰਿਆਂ ਦੇ ਹੱਥਾਂ 'ਚ ਜਾਵੇ। ਤੇ ਪਰ ਮੇਰੀ ਇੱਕ ਬੇਨਤੀ ਹੱਥ ਜੋੜ ਕੇ ਕਿ ਸਿਰਫ ਸਵਾਲ ਕੀਤਾ ਜਾਵੇ ਆਪਣੀ ਸਮਰੱਥਾ ਮੁਤਾਬਕ। ਬਾਈ ਦੀਪ ਉਹਦਾ ਜਵਾਬ ਜ਼ਰੂਰ ਦੇਣਗੇ। ਇੱਕ ਮੇਰਾ ਸਵਾਲ ਆ ਛੋਟਾ ਜਿਹਾ, ਹਾਂਜੀ, ਕਿ ਜਿਹੜੇ ਵੀ ਕੌਮਾਂ ਦੇ ਸ਼ਹੀਦ ਹੁੰਦੇ ਨੇ ਉਹ ਕਿਸੇ ਵੀ ਕੌਮ ਦੀ ਮਹਿਲ ਜਿਹੜਾ ਹੁੰਦਾ ਉਹਦੀ ਨੀਂਹ ਹੁੰਦੇ ਨੇ। ਉਹ ਹਾਂਜੀ, ਜਿਹੜੀ ਵੀ ਉੱਤੇ ਮਹਿਲ ਉਸਾਰੇ ਜਾਂਦੇ ਨੇ ਉਹ ਸ਼ਹੀਦਾਂ ਦੀਆਂ ਹੱਡੀਆਂ ਮਿੱਝ ਗਾਰੇ ਦੇ ਉੱਤੇ ਹੀ ਕੰਪਲੀਟ ਹੁੰਦੇ ਨੇ। ਹਾਂਜੀ, ਅੱਜ ਸਾਡਾ ਹਾਸ਼ਰ ਅਸੀਂ ਇੱਥੇ ਆ ਗਏ ਹਾਂ ਕਿ ਸਾਡੇ ਵੱਡੇ ਜਰਨੈਲ ਤੇ ਵੱਡੀਆਂ ਸ਼ਹਾਦਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਲੋਕੀ ਕੁਐਸਚਨ ਮਾਰਕ ਵੀ ਕਰ ਰਹੇ ਨੇ ਤਾਂ ਉਹਨਾਂ ਦੀ ਕਿਰਦਾਰ ਕੁਸ਼ੀ ਵੀ ਕਰ ਰਹੇ ਨੇ। ਮੈਂ ਚਾਹੁੰਦਾ ਕਿ ਦੀਪ ਸਿੱਧੂ ਇੱਕ ਐਦਾਂ ਦਾ ਸਾਨੂੰ ਜ਼ਰੂਰ ਇੱਕ ਕਮੇਟੀ ਬਣਾਵੇ ਜਾਂ ਪਲੇਟਫਾਰਮ ਦੇਵੇ ਕਿ ਕੋਈ ਵੀ ਬੰਦਾ ਜਿਹੜਾ ਇਲਜ਼ਾਮ ਲਾਉਂਦਾ ਉਹਦੇ ਨਾਲ ਸਿੱਧਾ ਰਾਬਤਾ ਕਰਕੇ ਉਹਦੇ ਨਾਲ ਗੱਲ ਕੀਤੀ ਜਾਵੇ ਕਿ ਇਹ ਇੱਕ ਸਾਜ਼ਿਸ਼ ਅਧੀਨ ਕੌਮ ਦੇ ਵੱਡੇ ਸ਼ਹੀਦਾਂ ਤੇ ਵੱਡੇ ਜਰਨੈਲਾਂ ਦੇ ਉੱਤੇ ਲਗਾਤਾਰ ਉਂਗਲ ਉੱਠ ਰਹੀ ਆ। ਇਹ ਮੇਰੀ ਬੇਨਤੀ ਆ। ਹੋਰ ਵੀ ਸਵਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਚੱਲੀਏ ਜੀ। ਕੋਈ ਸਵਾਲ ਭਾਈ ਜੀ? ਬਾਬਾ ਜੀ, ਆਖਰੀ ਸਵਾਲ ਹੈ ਜੀ। ਲਓ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਦੀਪ ਸਿੰਘ ਸਿੱਧੂ, ਸਾਰੀ ਸੰਗਤ ਗਾਜੀਪੁਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਜੇ ਉਪਰਾਲਾ ਵਾ, ਜੋ ਜਿਸ ਤਰ੍ਹਾਂ ਵੀਰ ਜੀ ਉਹਨਾਂ ਦੱਸਿਆ ਵਾ ਕਿ ਵੱਖਰੀਆਂ ਵੱਖਰੀਆਂ ਇਸ ਤਰ੍ਹਾਂ ਪੰਥਕ ਜਿਸ ਤਰ੍ਹਾਂ ਉਹ ਚੱਲ, ਇਸੇ ਤਰ੍ਹਾਂ ਜੇਕਰ ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡੇ ਇਲਾਕੇ 'ਚ ਕਰੋ, ਖਡੂਰ ਸਾਹਿਬ ਏਰੀਏ 'ਚ ਤੁਸੀਂ ਜੇਕਰ ਆਹ ਚੀਜ਼ ਚੱਲੂਗੀ ਇਹਦੇ ਵਿੱਚੋਂ ਆਪਣੇ ਆਪ ਹੀ ਸਭ ਕੁਝ ਨਿਕਲ ਆਉਣਾ। ਬਸ ਆਪਾਂ ਨੂੰ ਆਹ ਮਿਹਨਤ ਕਰਨ ਦੀ ਲੋੜ ਹੈ ਗੁਰੂ ਪਿਆਰਿਓ, ਕਿਉਂਕਿ ਚਿਹਰਿਆਂ ਤੋਂ ਅਸੀਂ ਥੱਕ ਗਏ ਹਾਂ, ਬਗਰਾੜੀਆਂ ਕਈ ਹਰ ਜਗ੍ਹਾ ਅਸੀਂ ਅੱਕ ਗਏ ਹਾਂ। ਨਾ ਸਾਨੂੰ ਬਿਰਤੀਆਂ ਦਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ। ਦੀਪ ਸਿੱਧੂ ਦੀਆਂ ਗੱਲਾਂ ਵਿੱਚੋਂ ਸਾਨੂੰ ਬੜਾ ਇੱਕ ਵਿਸ਼ਵਾਸ ਤੇ ਇੱਕ ਆਪਣੀ ਜ਼ਿੰਦਗੀ ਦਾ ਤਜਰਬਾ, ਕਿਉਂਕਿ ਦਾਸ 84 ਦੇ ਨਾਲ ਵੀ 13 ਸਾਲ ਦਾ ਸੀ, 1 ਸਾਲ ਥਾਣੇ ਫੜਿਆ ਰਿਹਾ, ਕੋਈ ਸੁਣਵਾਈ ਕੱਖ ਨਹੀਂ। ਇੱਥੇ ਕੋਈ ਸੁਣਵਾਈ ਨਹੀਂ ਸਾਡੀ, ਸਾਨੂੰ ਕਦੋਂ ਮਾਰ ਦੇਣਾ, ਕਦੋਂ ਜੇਲ੍ਹਾਂ ਹੀ ਕਰ ਦੇਣਾ। 4-5 ਕੇਸ ਮੇਰੇ ਤੇ ਹੁਣ ਵੀ ਚੱਲਣ ਡਿਆ, ਕਿਉਂ ਕੱਖ ਵੀ ਨਹੀਂ ਗਏ ਇੱਥੇ। ਪਤਾ ਨਹੀਂ ਕਿਹੜੇ ਵੇਲੇ ਕਿਤੇ ਨਾ ਫੜ ਕੇ ਜੇਲ੍ਹ ਦੇਣਾ, ਹੋਪਾ ਲਾ ਦੇਣੀਆਂ, ਕੋਈ ਜ਼ਮਾਨਤ ਨਹੀਂ ਹੋਣੀ। ਮੇਰੇ ਨਾਲ 11 ਮੁੰਡੇ ਹੋਰ ਅੰਦਰ ਜੇਲ੍ਹ 'ਚ ਆ, ਉਹਨਾਂ ਤੇ ਓਪਾ ਲੱਗੀ ਆ। ਕੀ ਕੀਤਾ ਉਹਨਾਂ ਨੇ? ਖਾਲਿਸਤਾਨ ਜਿੰਦਾਬਾਦ ਲੈਤਾ। ਹਾਂਜੀ, ਇੰਨਾ ਕਸੂਰ ਉਹਨਾਂ ਦਾ, 11 ਬੰਦਿਆਂ ਦਾ ਸਿਰਫ ਇੰਨਾ ਕਸੂਰ ਆ। ਉਹ ਮੇਰੇ ਨਾਲ ਕੇਸ ਵਾਰ ਵੀ ਆ, ਪਟਿਆਲੇ ਕੇਸ ਦਾ ਸਾਡੇ ਉੱਤੇ ਹਥਿਆਰਾਂ ਦਾ ਪਾਤਾ ਸੀ, ਝੂਠਾ ਹੀ। ਤੇ ਉਹ ਮੈਂ ਕਹੂੰਗਾ ਸਵਾਲ ਇਹੋ ਹੀ ਆ ਮੇਰਾ ਕਿ ਬਹੁਤ ਵਧੀਆ ਉਪਰਾਲਾ ਤੁਹਾਡਾ, ਤਗੜੇ ਹੋ ਕੇ ਜ਼ੋਰ ਲਾਓ। ਗੁਰੂ ਸਾਹਿਬ ਕਿਰਪਾ, ਗੱਜ ਕੇ ਜਗਾਰਾ ਬੁਲਾਓ, ਨਿਹਾਲ ਹੋ ਜਾਓ, ਫਤਿਹ ਪਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।